ये ਉਹਦੇ ਮੁਤਲਕ है। और ਜਿਹੜਾ कि ਇਹ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਪਾਸ ਕੀਤੇ ਹੈ ਇਹਦੇ ਵਿੱਚ ਇੱਕ ਤਾਂ ਜਿਹੜੀ MSP है, MSP ਤੇ ਸਵਾਲੀਆ ਨਿਸ਼ਾਨ ਉਹ ਖੜੇ ਹੋ ਗਏ। और दूसरा ਜਿਹੜੀ कि किसान ਦੇ ਸਿਰ ਤੇ ਇੱਕ ਹਿਫਾਜ਼ਤ ਸੀ ਸਰਕਾਰ ਦੀ, ਇੱਕ ਜਿਹੜਾ ਸਰਕਾਰ ਦਾ ਸ਼ਫਕਤ ਵਾਲਾ ਹੱਥ ਸੀਗਾ ਉਹ ਉੱਠ ਗਿਆ। ਪੰਜਾਬ ਦੇ ਵਿੱਚ ਜੇ ਇਹਦਾ ਤਰਜਮਾ ਕਰੀਏ ਜਾਂ ਪੰਜਾਬ ਦੇ ਇਤਬਾਰ ਨਾਲ ਜੇ ਇਹ ਗੱਲ ਕਰਨੀ ਹੋਵੇ ਤਾਂ MSP ਪੰਜਾਬ ਦਾ ਕਿਸਾਨ ਤਕਰੀਬਨ ਕਮੋ ਪੇਸ਼ 70,000 ਕਰੋੜ ਰੁਪਇਆ MSP ਦਾ एक किसान ਦੇ ਹਿੱਸੇ ਆਉਂਦਾ ਸੀ। और ਇਹਦੇ ਨਾਲ 4,000 ਕਰੋੜ ਜਿਹੜਾ ਮੰਡੀ ਫੀਸ ਤੇ ਹੋਰ ਜਿਹੜੇ ਲੈਵੀਜ਼ ਹੈ ਮਾਰਕੀਟ ਦੀਆਂ ਮੰਡੀਆਂ ਦੀਆਂ ਉਹ ਵੀ ਸਰਕਾਰ ਦੇ ਖਜ਼ਾਨੇ 'ਚ ਆਉਂਦੀਆਂ ਸੀ, ਜਿਹਦੇ ਨਾਲ ਕਿ 65,000 ਕਿਲੋਮੀਟਰ ਸੜਕਾਂ ਜਿਹੜੀਆਂ ਰੂਰਲ ਰੋਡਸ ਹੈ, ਪਿੰਡਾਂ ਦੀਆਂ ਲਿੰਕ ਰੋਡਸ ਹੈ, ਉਹਦੀ ਮੁਰੰਮਤ ਵਗੈਰਾ ਹੁੰਦੀ ਸੀ। ਨਵੀਆਂ ਮੰਡੀਆਂ ਬਣਦੀਆਂ ਸੀ, ਮੰਡੀਆਂ 'ਚ ਸ਼ੈੱਡ ਬਣਦੇ ਸੀ, ਕਿਸਾਨ ਮਜ਼ਦੂਰ ਆੜਤੀ ਦੀ ਇੰਸ਼ੋਰੈਂਸ ਹੁੰਦੀ ਸੀ। ਔਰ ਇਸ ਦੇ ਨਾਲ ਨਾਲ ਹੀ ਜਿਹੜੇ ਕਿ ਹੋਰ ਉੱਥੇ ਸਹੂਲਤਾਂ ਮੰਡੀਆਂ ਦੀਆਂ ਸੀ ਇਹ 4,000 ਕਰੋੜ ਨਾਲ ਚੱਲਦੀਆਂ ਸੀ। ਔਰ ਇਹ ਸਾਰੀ ਗੱਲ ਤੇ MSP ਤੇ ਵੀ ਤੇ ਜਿਹੜੀਆਂ ਪੰਜਾਬ ਦੇ ਵਿੱਚ ਜਿਹੜਾ ਸਾਰਾ APMC ਦਾ ਜਿਹੜਾ ਰੈਗੂਲੇਸ਼ਨ ਹੈ ਇਹ ਵੀ ਇਹਦੇ ਨਾਲ ਖਤਮ ਹੁੰਦਾ। ਔਰ ਮੈਂ ਚੱਲਦਾ ਮੈਂ ਇਹ ਵੀ ਕਹਿੰਦਾ ਜਾਵਾਂ ਕਿ ਪੰਜਾਬ ਦੇ ਜਿਹੜੇ ਇਤਰਾਜ਼ ਹੈ ਮੋਟੇ ਤੌਰ ਤੇ ਇਹ ਹੈ ਕਿ ਕੋਈ ਵੀ ਬੰਦਾ ਪੰਜਾਬ 'ਚ ਵਪਾਰ ਕਰ ਸਕਦਾ, ਉਹਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। ਕੋਈ ਵੀ ਬੰਦਾ ਪੰਜਾਬ ਦੇ ਕਿਸੇ ਥਾਂ ਤੇ ਵੀ ਜਾ ਕੇ ਅਨਾਜ ਦੀ ਖਰੀਦਾ ਫਰੋਖਤ ਕਰ ਸਕਦਾ। ਔਰ ਕੋਈ ਵੀ ਬੰਦਾ ਜਿਹੜਾ ਪੰਜਾਬ 'ਚ ਫੂਡ ਗ੍ਰੇਨਸ ਦੀ ਕਣਕ ਤੇ ਝੋਨੇ ਜਾਂ ਹੋਰ ਦੀ ਖਰੀਦੋ ਫਰੋਖਤ ਕਰਦਾ ਉਹਨੂੰ ਸਰਕਾਰ ਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੈ। ਇਹ ਮੋਟੇ ਜਿਹੜੇ ਸਰਕਾਰ ਦੇ ਇਤਰਾਜ਼ ਹੈ ਕਿ ਜੇ ਰੈਗੂਲੇਸ਼ਨ ਦੇ ਵਿੱਚ ਅਸੀਂ ਕਿਸਾਨ ਨੂੰ ਇਹ ਮੰਡੀਆਂ ਨੂੰ ਨਾ ਲੈ ਕੇ ਆਂਦਾ ਤਾਂ ਕਿਸਾਨ ਦੀ ਲੁੱਟ ਖਸੁੱਟ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ। ਪ੍ਰਾਈਵੇਟ ਕਾਰਪੋਰੇਟ ਵਪਾਰੀ ਆਉਣਗੇ, ਪੰਜਾਬ ਦਾ ਜਿਹੜਾ ਰੂਰਲ ਇਨਫਰਾਸਟ੍ਰਕਚਰ ਹੈ ਬਿਨਾਂ ਇਨਵੈਸਟ ਕੀਤੇ ਉਹ ਇੱਥੋਂ ਆਪਣਾ ਮਾਲ ਖਰੀਦ ਕੇ ਲੈ ਸਕਦੇ ਹੈ। ਕਿਸਾਨ ਇਸ ਹਾਲਤ 'ਚ ਨਹੀਂ ਹੈ ਕਿ ਕੋਈ ਕਿਸਾਨ ਉਹਦੇ 'ਚ ਬਾਰਗੇਨਿੰਗ ਕਰ ਸਕੇ। ਔਰ ਮੇਰੀ ਆਪਣੀ ਖੇਤੀ ਰਾਜਸਥਾਨ 'ਚ ਵੀ ਹੈ ਔਰ ਰਾਜਸਥਾਨ ਦੇ ਵਿੱਚ ਅੱਜ ਕੱਲ੍ਹ ਜਿਹੜੀ ਮੂੰਗ ਦੀ ਫਸਲ ਹੈ, ਮੂੰਗੀ ਦੀ ਫਸਲ ਹੈ, ਉਹਦੀ MSP 7,800 ਰੁਪਏ ਹੈ। ਔਰ ਮੈਂ ਆਪਣੀ ਮੂੰਗੀ 6,000 ਰੁਪਏ 'ਤੇ ਵੇਚੀ ਹੈ ਕਿਉਂਕਿ MSP ਬੇਮਾਇਨਾ ਹੈ। ਜੇ MSP ਦੇ ਵਿੱਚ ਸਰਕਾਰ ਦੀ ਇੰਟਰਵੈਂਸ਼ਨ ਨਹੀਂ ਆਉਂਦੀ, ਜੇ ਪ੍ਰਾਈਵੇਟ ਵਪਾਰੀਆਂ ਤੇ ਆਉਂਦੀ ਹੈ। ਔਰ ਇਹ ਪੰਜਾਬ ਦੇ ਸਿਰ ਤੇ ਜਿਹੜੀ ਤਲਵਾਰ ਹੈ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਹੀਂ ਇਹ ਹੋਇਆ। ਅੱਜ ਤੋਂ 3 ਸਾਲ ਪਹਿਲਾਂ GST ਦਾ ਨਿਜ਼ਾਮ ਨਾਫਿਜ਼ ਹੋਇਆ ਸੀ। ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਸੂਬੇ ਹੈ, ਪੰਜਾਬ ਵਾਹਦ ਸੂਬਾ ਹੈ ਜਿਹਦੇ ਤੇ GST ਆਉਣ ਨਾਲ ਤਕਰੀਬਨ 1/4 25% ਜਿਹੜੇ ਕਿ ਵੈਟ ਲੱਗਦਾ ਸੀਗਾ ਕਣਕ ਤੇ ਝੋਨੇ ਤੇ, ਉਹ ਵੈਟ ਜਿਹੜਾ ਹੈ ਉਹ ਖਤਮ ਹੋ ਗਿਆ। ਔਰ ਮੈਥੋਂ ਵੱਡੀ ਕੋਈ ਜ਼ਿੰਦਾ ਮਿਸਾਲ ਨਹੀਂ ਹੈ। ਅੱਜ ਪ੍ਰਾਈਮ ਮਿਨਿਸਟਰ ਸਾਹਿਬ ਟਵੀਟ ਕਰਦੇ ਹੈ, ਅੱਜ ਐਗਰੀਕਲਚਰ ਮਿਨਿਸਟਰ ਪਾਰਲੀਮੈਂਟ 'ਚ ਕਹਿੰਦੇ ਹੈ ਕਿ MSP ਇਜ਼ ਗੋਇੰਗ ਟੂ ਕੰਟੀਨਿਊ। ਪਰ ਉਹਨਾਂ ਦੇ ਬਿਆਨ ਜਿਹੜੇ ਹੈ ਉਹ ਬੇਮਾਇਨਾ ਹੈ। ਬੇਮਾਇਨਾ ਇਸ ਕਰਕੇ ਮੈਂ ਕਹਿ ਰਿਹਾ ਕਿ ਜਦੋਂ GST ਦੀ ਕੰਪਨਸੇਸ਼ਨ ਔਰ GST ਕੰਪਨਸੇਸ਼ਨ ਐਕਟ ਜਿਹੜਾ ਇਹ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਜਦੋਂ ਕਨਸਟੀਟਿਊਸ਼ਨ ਅਮੈਂਡਮੈਂਟ ਹੋਈ ਇਹ ਕਨਸਟੀਟਿਊਸ਼ਨ ਦਾ ਹਿੱਸਾ ਬਣ ਗਿਆ। ਔਰ ਅੱਜ ਜ਼ਿੰਦਾ ਮਿਸਾਲ ਪੰਜਾਬ, ਔਰ ਮੈਂ ਉਸ ਦਾ ਖਜ਼ਾਨਾ ਮੰਤਰੀ ਤੁਹਾਡੇ ਸਾਹਮਣੇ ਬੈਠਾ ਹੈ ਔਰ ਮੈਂ ਕਹਿ ਰਿਹਾ ਕਿ ਅੱਜ ਪੰਜਾਬ ਦਾ ਸਤੰਬਰ ਦੇ ਅਖੀਰ ਤਾਈਂ ਗਵਰਨਮੈਂਟ ਆਫ ਇੰਡੀਆ ਨੇ ਸਾਡੇ 8,500 ਕਰੋੜ ਰੁਪਇਆ ਜੋ ਕਿ ਉਹਨਾਂ ਦੀ ਕਨਸਟੀਟਿਊਸ਼ਨਲ ਓਬਲੀਗੇਸ਼ਨ ਹੈ। ਜੇ ਗਵਰਨਮੈਂਟ ਆਫ ਇੰਡੀਆ ਆਪਣੀ ਕਨਸਟੀਟਿਊਸ਼ਨਲ ਓਬਲੀਗੇਸ਼ਨ ਪੂਰੀ ਨਹੀਂ ਕਰ ਸਕਦੀ ਤਾਂ ਪ੍ਰਾਈਮ ਮਿਨਿਸਟਰ ਦਾ ਇਹ ਬਿਆਨ ਦੇਣਾ ਪਾਰਲੀਮੈਂਟ ਜਾਂ ਪਾਰਲੀਮੈਂਟ ਤਾਂ ਖੈਰ ਉਹਨਾਂ ਨੇ ਨਹੀਂ ਦਿੱਤਾ, ਉਹਨਾਂ ਨੇ ਟਵੀਟ ਕੀਤਾ ਜਾਂ ਐਗਰੀਕਲਚਰ, ਤੇ ਮੈਂ ਸਮਝਦਾ ਇਹ ਬੇਮਾਇਨੇ ਹੈ। ਪੰਜਾਬ ਤੇ
ਅੱਜ ਇਹ ਮੁਸ਼ਕਿਲ ਵਕਤ ਹੈ ਔਰ ਜਿੱਥੇ GST, ਜਿੱਥੇ MSP, ਔਰ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਇਹ ਯਾਦ ਕਰਾਉਂਦਾ ਜਾਵਾਂ ਕਿ ਅੱਜ ਤੋਂ 15 ਸਾਲ ਪਹਿਲਾਂ, 20 ਸਾਲ ਪਹਿਲਾਂ ਇੱਕ ਜਿਹੜੇ ਹਿੰਦੁਸਤਾਨ ਦੇ ਪਹਾੜੀ ਰਾਜ ਸੀਗੇ, ਜਿਹਦੇ 'ਚ ਹਿਮਾਚਲ, ਜੰਮੂ ਕਸ਼ਮੀਰ, ਉੱਤਰਾਖੰਡ ਜਿਹੜੇ ਨਾਰਥ ਦੇ ਵਿੱਚ ਸੀ, ਇਹਨਾਂ ਨੂੰ ਵੀ ਸਪੈਸ਼ਲ ਐਕਸਾਈਜ਼ ਤੇ ਇਨਕਮ ਟੈਕਸ ਕੰਸੈਸ਼ਨਸ ਜਿਹੜੀਆਂ ਦਿੱਤੀਆਂ ਗਈਆਂ ਸੀ, ਜਿਹਦੇ ਨਾਲ ਕਿ ਪੰਜਾਬ ਦਾ ਜਿਹੜਾ ਅਰਥਚਾਰਾ ਹੈ ਇਹ ਬੁਰੀ ਤਰ੍ਹਾਂ ਮੁਤਾਸਰ ਹੋਇਆ ਸੀ। ਸੋ ਪੰਜਾਬ ਇਹ ਪਹਿਲੀ ਮਰਤਬਾ ਨਹੀਂ ਹੈ ਕਿ ਪੰਜਾਬ ਨੂੰ ਕਿਸੇ ਖਾਸ ਜਾਂ ਤਾਂ ਸਾਜ਼ਿਸ਼ ਕਹਿ ਸਕਦੇ ਹਾਂ ਤੇ ਜਾਂ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਕਿ ਇਨਸੈਂਸਿਟਿਵਿਟੀ, ਕਿ ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਕਾਨੂੰਨ ਨਾਫਿਜ਼ ਕਰ ਰਹੇ ਹੈ ਉਹਨਾਂ ਨਾਲ ਪੰਜਾਬ ਨੂੰ ਕੀ ਨੁਕਸਾਨ ਹੋਏਗਾ। ਔਰ ਜੇ ਮੈਂ ਉਦੋਂ ਵੀ ਪਿੱਛੇ ਚੱਲਾਂ ਤਾਂ ਇੱਕ 15 ਸਾਲ ਦਾ ਸੰਤਾਪ ਪੰਜਾਬ ਨੇ ਉਦੋਂ ਵੀ ਹੰਢਾਇਆ ਹੈ ਜਦੋਂ ਪੰਜਾਬ ਨੂੰ ਡੀਸਟੇਬਲਾਈਜ਼ ਕੀਤਾ ਗਿਆ। ਸਾਡੇ ਇੱਥੇ 27,000 ਸ਼ਹਿਰੀ ਜਿਹੜੇ ਹੈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਡੇ ਪੰਜਾਬ ਪੁਲਿਸ ਦੇ 8100 ਪੁਲਿਸ ਪਰਸਨਲ ਜਿਹੜੇ ਹੈ ਉਹ ਸ਼ਹੀਦ ਹੋ ਗਏ, ਜਿਹਦੇ ਵਿੱਚੋਂ 7 IPS ਅਫਸਰ ਸੀਗੇ, ਇੱਕ IAS ਅਫਸਰ ਸੀ, ਇੱਕ ਚੀਫ ਇੰਜੀਨੀਅਰ ਸੀ, 3 ਜੱਜ ਸੀਗੇ। ਸੋ ਜੇ ਤੁਸੀਂ ਇਸ 80s ਦੇ ਵਿੱਚੋਂ ਦੇਖੋ ਜਿੱਥੇ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਦੌਰ ਆਇਆ, ਔਰ ਬਹੁਤ ਸਾਰੇ, ਕਿਉਂਕਿ ਤੁਹਾਡੀ ਤਾਂ ਉਮਰ ਇੰਨੀ ਛੋਟੀ ਹੈ, ਇਹ ਪੰਜਾਬ ਨੇ ਜਿਹੜਾ ਇਹ ਨੁਕਸਾਨ ਝੱਲੇ ਜਾਂ ਖਮਿਆਜ਼ਾ ਭੁਗਤਿਆ 1973 ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਜਿਹੜੇ ਕਿ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਔਰ ਇਹ ਨਵਾਏ ਵਕਤ ਜਿਹੜਾ ਉਹਨਾਂ ਦਾ ਇੱਕ ਬੜਾ ਮਕਬੂਲ ਉਰਦੂ ਦਾ ਅਖਬਾਰ ਹੈ, ਉਹਦੀਆਂ ਹੈਡਲਾਈਨਸ ਹੈ, ਜ਼ੁਲਫਿਕਾਰ ਅਲੀ ਭੁੱਟੋ ਨੇ ਕਿਹਾ ਸੀ ਕਿ ਅਸੀਂ ਬੰਗਲਾਦੇਸ਼ ਦਾ ਜਿਹੜਾ ਬਦਲਾ ਹੈ, ਬੰਗਲਾਦੇਸ਼ ਦਾ ਬਦਲਾ ਅਸੀਂ ਪੰਜਾਬ 'ਚ ਲਵਾਂਗੇ, ਔਰ ਜਿਸ ਤਰ੍ਹਾਂ ਬੰਗਲਾਦੇਸ਼ ਨੂੰ ਜੁਦਾ ਕੀਤਾ ਹੈ ਅਸੀਂ ਵੀ ਵਿਲ ਬਲੀਡ ਇੰਡੀਆ ਇਨ ਪੰਜਾਬ। 15 ਸਾਲ ਅਸੀਂ ਉਹ ਹੰਢਾਇਆ। ਉਸ ਤੋਂ ਬਾਅਦ ਅਸੀਂ ਜਿਹੜੇ ਇਨਕਮ ਟੈਕਸ ਤੇ ਐਕਸਾਈਜ਼ ਕੰਸੈਸ਼ਨਸ, ਇਹ ਵੀ ਪੰਜਾਬ ਦੇ ਸਿਰ ਤੋਂ ਗੁਜ਼ਰੇ। GST ਦਾ ਜਿਹੜਾ ਨੁਕਸਾਨਾਤ ਹੈ ਉਹ ਵੀ ਪੰਜਾਬ ਨੂੰ ਭਰਨੇ ਪਏ। ਔਰ ਅੱਜ ਜਿਸ ਤਰ੍ਹਾਂ ਮੈਂ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਐਗਰੀਕਲਚਰਲ ਆਰਡੀਨੈਂਸਿਸ ਹੈ, ਇਹਨਾਂ ਦਾ ਵੀ ਜਿਹੜਾ ਸਿੱਧਾ ਅਸਰ ਹੈ ਇਹ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਸਰਕਾਰ ਤੇ ਪਊਗਾ। ਔਰ ਮੈਂ ਅੱਜ ਤੁਹਾਡੇ ਇਹ ਕਾਲੇ ਕੈਮਰੇ ਜਾਂ ਤੁਹਾਡੀ ਜਿਹੜੀ ਕਲਮ ਹੈ ਉਹਦੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਨੂੰ ਅੱਜ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਇਸ ਦੌਰ ਦੇ ਵਿੱਚ ਸਾਨੂੰ ਬਹੁਤ ਹੋਸ਼ਮੰਦੀ ਦਾ ਮੁਜ਼ਾਹਰਾ ਕਰਨਾ ਪੈਣਾ, ਸਾਨੂੰ ਬਹੁਤ ਜ਼ਿਆਦਾ ਅਕਲਮੰਦੀ ਦਾ ਮੁਜ਼ਾਹਰਾ ਕਰਨਾ ਪੈਣਾ। ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਉਣਾ ਹੈ ਕਿ ਕੌਮਾਂ ਦੇ ਮਿਜਾਜ਼ ਹੁੰਦੇ ਆ, ਕੌਮਾਂ ਦੇ ਮਿਜਾਜ਼ ਹੁੰਦੇ। ਕਈ ਕੌਮਾਂ ਐਸੀਆਂ ਹੁੰਦੀਆਂ ਜਿਹੜੀਆਂ ਕਦੇ ਹਾਰ ਨਾ ਮੰਨਣ ਵਾਲੀਆਂ ਕੌਮਾਂ ਹੁੰਦੀਆਂ, ਔਰ ਪੰਜਾਬ ਜਿਹੜਾ ਹੈ ਇਹ ਉਹਨਾਂ ਕੌਮਾਂ 'ਚ ਹਿੱਸਾ ਹੈ, ਉਹਨਾਂ ਕੌਮਾਂ ਦਾ ਹਿੱਸਾ ਜਿਹੜੀ ਕਦੇ ਹਾਰ ਨਹੀਂ ਮੰਨਦੇ। ਔਰ ਕੌਮਾਂ ਉਹ ਅਜ਼ੀਮ ਹੁੰਦੀਆਂ ਜਿਹੜੇ ਆਪਣੇ ਜ਼ਖਮ ਆਪਣੇ ਸੀਨੇ ਤੇ ਸਜਾ ਕੇ ਰੱਖਦੀਆਂ ਤੇ ਕਦੇ ਉਫ ਨਹੀਂ ਕਰਦੀਆਂ। ਔਰ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਹੈ, ਮੈਂ ਇੰਨਾ ਕਹਿ ਸਕਦਾ ਕਿ ਇੱਕੋ ਕਿਸੇ ਉਰਦੂ ਦੇ ਕਵੀ ਨੇ ਲਿਖਿਆ ਕਿ गो जरा सी बात पर बरसों के याराने गए, पर इतना तो हुआ कुछ लोग पहचाने गए। ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਕਿ ਅਸੀਂ ਕਿਸਾਨ ਦੇ ਜੋ ਮੁਫਾਦਾਤ ਹੈ ਅਸੀਂ ਉਹਦੀ ਹਿਫਾਜ਼ਤ ਕਰਨ ਵਾਲੀ ਪਾਰਟੀ ਹੈ। ਸਾਰੀ ਉਮਰ ਜਿਹੜੀ ਉਹਨਾਂ ਨੇ ਸਿਆਸਤ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ, ਉਹ ਕਿਸਾਨ ਵਾਸਤੇ ਕੀਤੀ। ਅੱਜ ਵੀ ਮੈਂ ਆਰਟੀਕਲ ਪੜ੍ਹਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਇੰਡੀਅਨ ਐਕਸਪ੍ਰੈਸ 'ਚ, ਤੇ ਮੈਂ ਉਹ ਜਦੋਂ ਪੜ੍ਹ ਰਿਹਾ ਸੀ ਅਖਬਾਰ ਤਾਂ ਮੈਂ ਸੋਚ ਰਿਹਾ ਸੀ ਕਿ ਹੁਣ ਰੋਣ ਦਾ ਕੀ ਫਾਇਦਾ। ਔਰ ਇਹ ਪੰਜਾਬ ਦੀ ਤੁਸੀਂ ਇਹ ਦੇਖੋ ਬਦਕਿਸਮਤੀ ਸਮਝ ਲਓ ਜਾਂ ਕੋਈ ਇੱਕ ਹਸੀਨ ਇਤਫਾਕ ਜੇ ਮੈਂ ਕਹਾਂ ਅਕਾਲੀ ਦਲ ਤੇ BJP ਵਾਸਤੇ, ਕਿ ਜਦੋਂ ਹਿਲ ਸਟੇਟਸ ਨੂੰ ਕੰਸੈਸ਼ਨ ਦਿੱਤੇ ਗਏ 1998 'ਚ,
ਉਦੋਂ ਵੀ ਬੀਜੇਪੀ ਤੇ ਅਕਾਲੀ ਦਲ ਦੀ ਭਾਈਵਾਲ ਸਰਕਾਰ ਸੈਂਟਰ ਸੀ। ਜਦੋਂ ਜੀਐਸਟੀ ਦਾ ਨਿਜ਼ਾਮ ਨਾਫਿਜ਼ ਹੋਇਆ ਉਦੋਂ ਵੀ ਬੀਜੇਪੀ ਤੇ ਅਕਾਲੀ ਦਲ ਦੀ ਸਰਕਾਰ ਨਾਫਿਜ਼ ਸੀ। ਔਰ ਜਦੋਂ ਇਹ ਐਮਐਸਪੀ ਤੇ ਸਵਾਲੀਆ ਨਿਸ਼ਾਨ ਜਾਂ ਐਗਰੀਕਲਚਰ ਆਰਡੀਨੈਂਸਸ ਨੂੰ ਕਾਨੂੰਨ 'ਚ ਤਬਦੀਲ ਕੀਤਾ ਗਿਆ ਤੇ ਉਦੋਂ ਵੀ ਅਕਾਲੀ ਦਲ ਤੇ ਬੀਜੇਪੀ ਦੀ ਭਾਈਵਾਲ ਸਰਕਾਰ ਜਿਹੜੀ ਹੈ ਇਹ ਸੈਂਟਰ ਦੇ ਵਿੱਚ ਇਹਨਾਂ ਦੀ ਇਤਿਹਾਦ ਜਿਹੜਾ ਕਿ ਅੱਜ ਵੀ ਚੱਲ ਰਿਹਾ ਹੈ। ਔਰ ਉਹ ਇੱਕ ਬੜੇ ਸ਼ਾਇਰ ਹੋਏ ਨੇ ਪੰਜਾਬੀ ਦੇ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਕਹਿੰਦਾ ਹੈ ਕਿ ਤਕਦੀਰ ਤਾਂ ਸਾਡੀ ਸੌਂਕਣ ਸੀ, ਤਕਦੀਰ ਨੇ ਤਾਂ ਪੰਜਾਬ ਦਾ ਕਿਤੇ ਵੀ ਸਾਥ ਨਹੀਂ ਦਿੱਤਾ, ਤਦਬੀਰਾਂ ਸਾਥੋਂ ਨਹੀਂ ਹੋਈਆਂ ਤੇ ਕਿਤੇ ਨਾ ਝੰਗ ਛੁੱਟਿਆ ਨਾ ਕੰਨ ਪੜਵਾਏ ਤੇ ਡਾਰਾਂ ਲੰਘ ਗਈਆਂ ਕੋਲ ਦੀ ਹੀਰਾਂ ਦੀਆਂ। ਇਹ ਪੰਜਾਬ ਦੀ ਬਦਕਿਸਮਤੀ ਸਮਝ ਲਓ ਕਿ ਤਕਦੀਰ ਨੇ ਤਾਂ ਕਿਤੇ ਸਾਥ ਨਹੀਂ ਦਿੱਤਾ, ਨਾ 47 ਵੇਲੇ ਸਾਥ ਦਿੱਤਾ ਹੈ, ਨਾ ਜਦੋਂ 62 65 71 ਦੀ ਜੰਗ ਹੋਈ ਹੈ ਉਹ ਵੀ ਪੰਜਾਬ ਨੇ ਆਪਣੇ ਸੀਨੇ ਤੇ ਹੰਡਾਈ ਹੈ, ਪੰਜਾਬ ਨੇ ਆਪਣਾ ਖੂਨ ਦੇ ਕੇ ਇਹ ਹੰਡਾਇਆ ਹੈ। ਤੇ ਅੱਜ ਜਿਹੜੇ ਹਾਲਾਤ ਚੱਲ ਰਹੇ ਹੈ, ਸੋ ਮੈਂ ਅੱਜ ਜਿੱਥੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣ ਵਾਸਤੇ ਆਇਆ कि और याद कराना है कि जी बात जो बिगड़ी हुई थी वो फिर सीधी किने की थी। कांग्रेस के चीफ मिनिस्टर सरदार बेअंत सिंह साहब ने बात जो बिगड़ी हुई थी, हारी हुई बाजी सी SYL दी, वो सीधी किने की थी? कांग्रेस के चीफ मिनिस्टर कैप्टन अमरिंदर सिंह ने। ਜਦੋਂ ਇਹ ਹੁਕਮ ਆ ਗਿਆ ਸੀ ਸੁਪਰੀਮ ਕੋਰਟ ਦਾ ਕਿ CRPF ਲਾ ਦਿਓ ਤੇ ਨਹਿਰ ਬਣ ਜਾਏਗੀ, ਇਹ ਜਿਹੜੀਆਂ ਵਿਗੜੀਆਂ ਹੋਈਆਂ ਗੱਲਾਂ ਹੈ ਇਹ ਅਖੀਰ ਕਾਂਗਰਸ ਪਾਰਟੀ ਦੇ ਹਿੱਸੇ 'ਚ ਆਇਆ ਕਿ ਇਹਨਾਂ ਨੂੰ ਠੀਕ ਕਰਨਾ। ਇਹ ਉਹੀ ਕਾਂਗਰਸ ਪਾਰਟੀ ਹੈ ਜਿਹਨੇ ਹਰਾ ਇਨਕਲਾਬ ਲੈ ਕੇ, ਉਹੀ ਕਾਂਗਰਸ ਪਾਰਟੀ ਹੈ ਜਿਹਨੇ ਚਿੱਟਾ ਇਨਕਲਾਬ ਲਿਆਂਦਾ। ਸੋ ਮੈਂ ਅੱਜ ਇਸ ਪ੍ਰੈਸ ਬਰੀਫਿੰਗ ਦੇ ਜ਼ਰੀਏ ਜਿਹੜੇ ਪੰਜਾਬ ਦੇ ਕਿਸਾਨ ਹੈ, ਪੰਜਾਬ ਦੀ ਜਿਹੜੀ ਆਵਾਮ ਹੈ, ਮੈਂ ਉਹਨਾਂ ਨੂੰ ਇੱਕੋ ਹੀ ਗੱਲ ਜਿਹੜੀ ਮੁੱਕਦੀ ਗੱਲ ਹੈ ਉਹ ਕਹਿਣ ਆਇਆ ਬਈ ਅਖੀਰਲੇ ਦਮ ਤੱਕ ਔਰ ਅਖੀਰਲੇ ਸਾਹ ਤੱਕ ਕਾਂਗਰਸ ਪਾਰਟੀ ਪੰਜਾਬ ਦੇ ਜਿਹੜੇ ਮੁਫਾਦਾਤ ਹੈ ਉਹਨਾਂ ਦੀ ਅਸੀਂ ਹਿਫਾਜ਼ਤ ਕਰਾਂਗੇ। ਸਾਡਾ ਇੱਕ ਟਰੈਕ ਰਿਕਾਰਡ ਰਿਹਾ, ਸਾਡਾ ਇੱਕ ਮਾਜ਼ੀ ਰਿਹਾ ਕਿ ਪੰਜਾਬ 'ਚ ਜਦੋਂ ਵੀ ਗੱਲ ਵਿਗੜਦੀ ਹੈ ਤਾਂ ਕਾਂਗਰਸ ਪਾਰਟੀ ਉਹਨੂੰ ਸਹੀ ਕਰਦੀ ਹੈ। ਔਰ मैं अज प्रैस के जरिए CM साहब का यह बयान पहला भी आ चुका है कि सानू भारत की अदलिया ते सुप्रीम कोर्ट ते सानू 100% एतमाद है। असी सुप्रीम कोर्ट तक भी जावांगे पंजाब का मुकदमा। और ये जिहड़ा कहंदे है कि APMC जिहड़ा एक्ट है ये मंडियां तो इलावा भी हो सकता है, तो मैनू नहीं लगता कि कोई चीज़ सानू रोक रही है कि असी सारी पंजाब नूं ही APMC के तहत ले आइए। पंजाब का हर नुक जिहड़ा कोना है और हर गोशा है असी पंजाब इन्हां नूं APMC एक्ट दे विच ले आइए। और मैं मेरा दिल इस गल की गवाही दिंदा है कि पंजाब का जिहड़ा किसान है वो सादा तो जरूर है पर इन्ना भी सादा नहीं है कि अपने नफ़ा नुकसान नहीं पछाण सकदा, अपने दोस्त ते दुश्मन की इनू पछाण नहीं है। इन्ना भी सादा नहीं है कि उन्होंने चोर ते चौकीदार की पछाण नहीं आउंदी। इन्ना भी सादा नहीं है कि शराब ते शरबत का उन्होंने फर्क नहीं पता चल रहा। इन्ना भी सादा नहीं है कि कातल ते मकतूल का पंजाब के किसान नू पता नहीं चलता। और मैं दो गल्लां होर मैं प्रैस की खिदमत कहनियां चाहना कि MSP कणक का जिहड़ा वो 50 रुपए वधिया। पिछले 10 सालों के विच सब तो घट जिहड़ा MSP दे विच इजाफा होया वो इस साल होया 2.6%। और मैं जिहड़े तुहानूं सपोर्टिंग डॉक्यूमेंट दिते है उहदे विच पूरे 10 साल का टेबल है। और जिहड़ी CACP हुंदी है, कमीशन फॉर एग्रीकल्चरल कॉस्ट एंड प्राइसिस, इन्हां ने जो सरकार नूं सिफारिशात कीतियां सन
ਸਿਫਾਰਸ਼ਾਤ ਕੀਤੀਆਂ ਸੀ 6.6% ਦੀਆਂ। ਔਰ ਜਿਹੜੀ ਫੂਡ ਇਨਫਲੇਸ਼ਨ ਹੈ, ਫੂਡ ਇਨਫਲੇਸ਼ਨ ਦੇ ਵਿੱਚ ਸੀਰੀਅਲਸ ਆਉਂਦੇ ਹੈ, ਉਹ 8.4% ਹੈ। ਤਾਂ ਜਿਸ ਵੇਲੇ ਹੁਣ ਇਸ ਵੇਲੇ ਜਦੋਂ ਅਗਲੇ ਅਪ੍ਰੈਲ ਦੇ ਵਿੱਚ ਜਦੋਂ ਕਿਸਾਨ ਆਪਣੀ ਕਣਕ ਵੇਚਣਗੇ ਤਾਂ ਰੀਅਲ ਟਰਮਸ ਦੇ ਵਿੱਚ ਕਣਕ ਜਿਹੜੀ ਹੈ ਪਿਛਲੇ ਸਾਲ ਨਾਲੋਂ ਸਸਤੀ ਵਿਕੂਗੀ। ਉਸੇ ਤਰ੍ਹਾਂ ਹੀ ਜਿਹੜਾ ਪੈਡੀ ਹੈ, ਝੋਨਾ ਹੈ, ਝੋਨੇ ਦੇ ਵਿੱਚ ਇਜ਼ਾਫਾ ਜਿਹੜਾ ਦਿੱਤਾ ਹੈ ਉਹ 2.9% ਹੈ, ਜਦੋਂ ਕਿ CACP ਨੇ 5.1%। ਕਾਸਟ ਜਿਹੜੀ ਐਗਰੀਕਲਚਰ ਦੀ ਕਾਸਟ ਆਫ ਕਲਟੀਵੇਸ਼ਨ ਹੈ ਉਹ ਕਹਿ ਰਿਹਾ ਹੈ ਕਿ 5.1 ਵਧੀ ਹੈ। ਸਰਕਾਰ ਨੇ ਇਹਨੂੰ 2.9% ਵਧਾਇਆ। ਇਸ ਗੱਲ ਦਾ ਕਾਂਗਰਸ ਪਾਰਟੀ ਨੂੰ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਸ਼ਦੀਦ ਗੁੱਸਾ ਵੀ ਹੈ ਤੇ ਰੰਜ ਵੀ ਹੈ। ਮੈਂ ਇੱਕ ਗੱਲ ਹੋਰ ਅੱਜ ਇਸ ਪ੍ਰੈਸ ਬਰੀਫਿੰਗ 'ਚ ਕਹਿਣਾ ਚਾਹਾਂਗਾ ਕਿ CACP ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਓਪਨ ਐਂਡਡ ਪ੍ਰੋਕਿਉਰਮੈਂਟ ਹੈ ਇੰਡੀਆ ਦੇ ਵਿੱਚ, ਕਿ ਜੋ ਵੀ ਮੰਡੀ 'ਚ ਅਨਾਜ ਆਉਂਦਾ ਹੈ ਉਹਦਾ ਰਿਵਿਊ ਕੀਤਾ ਜਾਵੇ। ਸੋ ਬੇਸਿਕਲੀ ਇਹਦਾ ਮਤਲਬ ਹੈ ਕਿ ਜੇ CACP ਨੇ ਇਹ ਸਿਫਾਰਿਸ਼ ਕੀਤੀ ਹੈ ਕਿ ਓਪਨ ਐਂਡਡ ਪ੍ਰੋਕਿਉਰਮੈਂਟ ਦਾ ਰਿਵਿਊ ਕੀਤਾ ਜਾਵੇ ਤਾਂ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਇਹਦੇ ਨਾਲ ਆਪਣੀ ਜਿਹੜੀ MSP ਤੇ ਪੰਜਾਬ ਦੀ ਓਪਨ ਐਂਡਡ ਪ੍ਰੋਕਿਉਰਮੈਂਟ ਹੈ ਇਹ ਖਤਮ ਹੋ ਜਾਏਗੀ। ਔਰ ਮੈਂ ਇੱਕ ਗੱਲ ਤੇ ਹੋਰ ਵੀ ਕਾਂਗਰਸ ਪਾਰਟੀ ਨੂੰ ਇਤਰਾਜ਼ ਹੈ ਕਿ CACP ਨੇ ਗੱਲ ਕਹੀ ਹੈ ਕਿ ਜਿਹੜੀ ਖਾਦਾਂ ਤੇ ਸਬਸਿਡੀ ਮਿਲਦੀ ਹੈ ਭਾਰਤ ਸਰਕਾਰ ਦੀ, ਇਹ DBT ਮਤਲਬ ਸਿੱਧਾ ਕਿਸਾਨ ਦੇ ਅਕਾਊਂਟ ਦੇ ਵਿੱਚ ਜਾਵੇ। ਪਰ ਉਹਨਾਂ ਨੇ ਜੋ ਇਹ ਰੱਖਿਆ ਹੈ ਕਿ 5,000 ਪਰ ਫਾਰਮਰ, 5,000 ਰੁਪਇਆ ਜੇ ਆਪਾਂ ਮੰਨ ਕੇ ਚੱਲੀਏ ਕਿ ਪੰਜਾਬ ਦੇ ਵਿੱਚ 15 ਲੱਖ ਫਾਰਮਰ ਹੈ, ਐਕਟਿਵ ਫਾਰਮਰ ਹੈ, ਤੇ ਜੇ 5,000 ਹੋਇਆ ਤਾਂ ਇਹਦਾ ਮਤਲਬ ਹੈ ਕਿ ਇਹ 1,500 ਕਰੋੜ ਰੁਪਏ ਫਾਰਮਰ ਦੇ ਅਕਾਊਂਟ ਚਲਾ ਜਾਏਗਾ। ਅੱਜ ਪੰਜਾਬ, ਕਿਉਂਕਿ ਪੰਜਾਬ ਪ੍ਰੋਡਕਸ਼ਨ ਸਟੇਟ ਹੈ, ਪੰਜਾਬ ਦੇ ਵਿੱਚ ਜਿਹੜੀ ਫਰਟੀਲਾਈਜ਼ਰ ਹੈ ਇਹਦੀ ਲਾਗਤ ਜ਼ਿਆਦਾ ਹੈ ਕਿਉਂਕਿ ਇੱਥੇ ਗ੍ਰੀਨ ਰੈਵੋਲੂਸ਼ਨ ਪਹਿਲਾਂ ਆ ਗਈ ਸੀ, ਮਾਡਰਨ ਐਗਰੀਕਲਚਰ ਇੱਥੇ ਪਹਿਲਾਂ ਆ ਚੁੱਕਿਆ ਸੀ। ਸੋ ਜੇ ਇਹ ਸਿਫਾਰਿਸ਼ਾਂ ਮੰਨੀਆਂ ਜਾਂਦੀਆਂ ਕਿ ਡਾਇਰੈਕਟ ਬੈਨੀਫਿਟ ਜਿਹੜਾ ਹੈ ਤਾਂ ਸਭ ਤੋਂ ਵੱਡਾ ਜੇ ਨੁਕਸਾਨ ਹੋਏਗਾ ਤਾਂ ਉਹ ਪੰਜਾਬ ਦੇ ਕਿਸਾਨ ਦਾ ਹੋਏਗਾ। ਔਰ ਕਿੰਨਾ ਹੋਏਗਾ? 4,500 ਕਰੋੜ ਰੁਪਏ। ਕਿਉਂਕਿ ਅੱਜ ਜਿਹੜੀ ਪੰਜਾਬ ਨੂੰ ਫਰਟੀਲਾਈਜ਼ਰ ਸਬਸਿਡੀ ਹੈ ਇਹ 6,000 ਕਰੋੜ ਹੈ। ਜੇ 1,500 ਡਾਇਰੈਕਟ ਟ੍ਰਾਂਸਫਰ ਕਰਦੀ ਹੈ ਗਵਰਨਮੈਂਟ ਤਾਂ 4,500 ਕਰੋੜ ਦਾ ਇਹ ਨੁਕਸਾਨ ਹੈ। ਓਪਨ ਐਂਡਡ ਜੇ ਪ੍ਰੋਕਿਉਰਮੈਂਟ ਖਤਮ ਹੋ ਗਈ, ਜਿੱਥੇ ਓਪਨ ਐਂਡਡ ਪ੍ਰੋਕਿਉਰਮੈਂਟ ਹੈ ਨਹੀਂ, ਮਸਲਨ ਬਿਹਾਰ, ਮਸਲਨ UP, ਈਸਟਰਨ UP ਜਾਂ ਹੋਰ ਜਿਹੜੇ ਸਟੇਟਸ ਹੈ, ਉੱਥੇ MSP ਤੋਂ ਤਕਰੀਬਨ 30% ਘੱਟ ਕੀਮਤ ਤੇ ਪ੍ਰਾਈਵੇਟ ਟਰੇਡਰ ਖਰੀਦਦਾ ਹੈ। ਤਾਂ ਮੇਰਾ ਇਹ ਅਨੁਮਾਨ ਹੈ ਕਿ ਪੰਜਾਬ ਦੇ ਵਿੱਚ ਜੇ ਓਪਨ ਐਂਡਡ ਪ੍ਰੋਕਿਉਰਮੈਂਟ ਖਤਮ ਹੋ ਗਈ ਤਾਂ ਪੰਜਾਬ ਦੇ ਜਿਹੜੇ ਨੁਕਸਾਨਾਤ ਹੈ ਫਰਟੀਲਾਈਜ਼ਰ ਨੂੰ ਲੈ ਕੇ, ਓਪਨ ਐਂਡਡ ਪ੍ਰੋਕਿਉਰਮੈਂਟ ਨੂੰ ਲੈ ਕੇ, ਇਹ ਬਹੁਤ ਭਾਰੀ ਹੋ ਜਾਣੇ ਹੈ। ਔਰ ਇਸ ਕਰਕੇ ਮੈਂ ਅਖੀਰ ਦੇ ਵਿੱਚ ਇੰਨਾ ਵੀ ਕਹਿੰਦਾ ਜਾਊਂਗਾ ਕਿ BJP ਨੇ ਇਲੈਕਸ਼ਨ ਜਿੱਤਿਆ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਵੀ ਉਹਦਾ ਭਾਈਵਾਲ ਹੈ, ਔਰ ਇਹਨਾਂ ਨੇ ਇੱਕ ਸਕੀਮ ਬਣਾਈ ਜਿਹੜੀ ਕਿ ਇਹਨਾਂ ਨੂੰ ਇਲੈਕਸ਼ਨ ਜਿਤਾ ਗਈ, ਜਿਹਨੂੰ ਇਹ ਕਹਿੰਦੇ PM ਕਿਸਾਨ। ਹਰ ਕਿਸਾਨ ਦੇ ਹਿੱਸੇ 500 ਰੁਪਇਆ, ਐਵਰੀ ਫਾਰਮਰ 500 ਰੁਪਇਆ, ਜਿਹਦੇ ਨਾਲ 6,000 ਕਰੋੜ ਰੁਪਇਆ, 6,000 ਰੁਪਇਆ ਹਰ ਕਿਸਾਨ ਦੇ ਖਾਤੇ 'ਚ ਸਾਲ 'ਚ ਆਉਂਦਾ। ਪਰ ਜਿਹੜੀ ਡੀਜ਼ਲ ਦੀ ਕੀਮਤ ਹੈ, ਔਰ ਇੱਕ ਜਿਹੜੇ ਰਫ ਜਿਹਾ ਐਸਟੀਮੇਟ ਲਾਈਏ, ਬੜਾ ਸਾਦਾ ਜਿਹਾ ਐਸਟੀਮੇਟ, ਕਿ 1 ਏਕੜ 'ਚ 2 ਫਸਲਾਂ ਕਣਕ ਤੇ ਝੋਨੇ ਦੀਆਂ ਪਾਲਣ ਵਾਸਤੇ ਤਕਰੀਬਨ 50 ਲੀਟਰ ਡੀਜ਼ਲ ਖਰਚ ਆਉਂਦਾ। 1 ਲੀਟਰ ਡੀਜ਼ਲ 'ਤੇ ਇਹਨਾਂ ਨੇ ਹੁਣ ਟੈਕਸ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਾਇਆ ਹੈ ਉਹ 40 ਰੁਪਏ ਹੈ। 40 ਰੁਪਏ ਡੀਜ਼ਲ ਦਾ ਟੈਕਸ ਲੱਗਦਾ। ਮੈਂ 50 ਰੁਪਏ ਤੇ ਵੀ ਘਟਾ ਦਿੰਦਾ, ਮੈਂ ਆਲ ਇੰਡੀਆ ਹੀ ਕਰ ਦਿੰਦਾ। ਪੰਜਾਬ ਤਾਂ 50 ਲੱਗਦਾ, ਪਰ ਚਲੋ ਆਪਾਂ ਇਹ ਮੰਨ ਲਓ ਵੀ 30 ਲੀਟਰ ਹੀ ਲੱਗਦਾ। ਤੇ 30 ਲੀਟਰ ਜੇ 40 ਰੁਪਏ ਨਾਲ ਆਪਾਂ ਇਹਨੂੰ ਜ਼ਰਬ ਦਿੰਦੇ ਆ ਤਾਂ ਇਹ ਵੀ 6,000 ਰੁਪਏ ਬਣ ਜਾਂਦਾ ਜੇ ਕਿਸੇ ਕੋਲੇ 5 ਏਕੜ ਜ਼ਮੀਨ ਹੋਵੇ। ਤਾਂ ਬੇਸਿਕਲੀ ਜਿਹੜਾ
PM किसान ਨੂੰ ਵੀ ਪੈਸਾ ਦਿੱਤਾ ਹੈ। ਇਹਨਾਂ ਨੇ ਪਿਛਲੇ 1 ਸਾਲ ਦੇ ਵਿੱਚ ਡੀਜ਼ਲ ਦੇ ਉੱਤੇ ਟੈਕਸ ਲਾ ਕੇ ਇਹਨਾਂ ਨੇ ਉਹ ਵਸੂਲ ਕਰ ਲਿਆ, ਕਿਸਾਨ ਦੇ ਹਿੱਸੇ ਕੁਝ ਨਹੀਂ ਆਇਆ। ਸੋ ਮੈਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਮੈਂ ਪੰਜਾਬ ਦੇ ਕਿਸਾਨਾਂ ਨੂੰ, ਜਿੱਥੇ ਮੈਂ ਭਰੋਸਾ, ਵਿਸ਼ਵਾਸ, ਯਕੀਨ, ਤਸੱਲੀ, ਇਤਬਾਰ ਦਿਵਾਉਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੇ ਹੱਥਾਂ ਦੇ ਵਿੱਚ ਕਿਸਾਨ ਦੇ ਜਿਹੜੇ ਹੱਕ ਹੈ ਉਹ ਮਹਿਫੂਜ਼ ਹੈ, ਉਹ ਮੁਸਤਹਕਮ ਹੈ, ਉਹ ਰੋਸ਼ਨ ਹੈ। ਔਰ ਜਿਸ ਤਰ੍ਹਾਂ मैं ਕਿਹਾ कि हर हद तक, अखीरली साह तक और अखीरले दम तक ये पंजाब के किसान का जिहड़ा मुकदमा है, ये कैप्टन अमरिंदर सिंह साहब की सरकार ये लड़ूगी। इस गल का जिथे मैं विश्वास दौना है, BJP ते अकाली दल जिहड़े कि अपने आप नूं कहंदे कि ओल्डेस्ट एलाई है, सब तो पुराने इतिहादी है BJP दे, मैं समझदा कि ਉਹਨਾਂ ਨੂੰ ਜਵਾਬਦੇਹ ਹੋਣਾ ਪੈਣਾ ਜਨਤਾ ਦੀ ਕਚਹਿਰੀ ਦੇ ਵਿੱਚ, ਪ੍ਰੈਸ ਦੇ ਵਿੱਚ ਕਿ ਕੀ ਵਜ੍ਹਾ ਸੀ ਕਿ 1998 ਦੇ ਵਿੱਚ ਸਪੈਸ਼ਲ ਜਿਹੜੀ ਐਕਸਾਈਜ਼ ਕੰਸੈਸ਼ਨਸ ਦਿੱਤੀਆਂ, ਜਿਹੜਾ GST ਦਾ ਨਿਜ਼ਾਮ ਨਾਫਿਜ਼ ਹੋਇਆ, ਜਾਂ ਜਿਹੜਾ MSP ਦੇ ਜਿਹੜੇ ਬਿੱਲ ਆਏ ਹੈ, ਇਹਨਾਂ 'ਚ ਤੁਸੀਂ ਮੋਦੀ ਸਾਹਿਬ ਨੂੰ ਇਸ ਗੱਲ ਤੇ ਉਹਨਾਂ ਤੋਂ ਸਵਾਲ ਨਹੀਂ ਕੀਤੇ। ਔਰ ਅੱਜ ਜਿਹੜਾ ਹਰਸਿਮਰਤ ਕੌਰ ਬਾਦਲ उन्होंने इस्तीफा दे दिता है कुछ दिन पहला, पर उन्होंने मूँह चों BJP के खिलाफ या प्राइम मिनिस्टर के खिलाफ कोई मैं एक बयान नहीं सुनिया। देखो गल यह है कि ये नहीं हो सकता कि एक हाथ तो मोदी जी के घुटनों पे हो और दूसरा मोदी जी के गरेबान पे हो, या घुटनों पे हाथ हो सकता है या गरेबान में हाथ हो सकता है, दोनों नहीं हो सकते। या खरगोशा ना बंदा भज सकता या शिकारिया नाल, दोनों नाल नहीं भज सकता। मैं समझदा कि इन्हां दोनों गल्लां च BJP ते अकाली दल पंजाब के लोगों को जवाबदेह है। और अखीर दे विच मैं एक गल होर भी कहना चाहूँगा कि एक तासुर पैदा किया गया है। बयान तो झूठे भी हो सकते हैं, बयानां दे विच ये तासुर पैदा किया गया कि जिहड़ी हाई पावर्ड कमेटी बनी सी, ਜਿਹਦੇ ਵਿੱਚ ਕਿ ਪੰਜਾਬ ਦੇ ਚੀਫ ਮਿਨਿਸਟਰ ਜਾਂ ਪੰਜਾਬ ਸਟੇਟ ਉਹਦਾ ਹਿੱਸਾ ਸੀਗਾ, ਉਹਦੇ ਵਿੱਚ ਮਨਪ੍ਰੀਤ ਬਾਦਲ ਨੇ ਜਾਂ ਚੀਫ ਮਿਨਿਸਟਰ ਨੇ ਦਸਤਖਤ ਕਰਤੇ ਕਿ ਇਹ ਐਗਰੀਕਲਚਰਲ ਜਿਹੜੇ ਆਰਡੀਨੈਂਸ ਜਿਹੜੇ ਕਿ ਹੁਣ ਕਾਨੂੰਨ ਦੇ ਵਿੱਚ ਕਾਨੂੰਨ ਦੀ ਸ਼ਕਲ ਇਖਤਿਆਰ ਕਰ ਚੁੱਕੇ ਹੈ, ਤੇ ਪੰਜਾਬ ਗਵਰਨਮੈਂਟ ਦੀ ਕਿਸੇ ਤਰੀਕੇ ਨਾਲ ਇਹਦੇ ਵਿੱਚ ਸਹਿਮਤੀ ਸੀ। ਮੈਂ ਪੰਜਾਬ ਦੀ ਜਨਤਾ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀਆਂ ਇਸ ਲੈਵਲ ਦੀਆਂ ਮੀਟਿੰਗਸ ਹੁੰਦੀਆਂ, ਇਹ ਮੀਟਿੰਗ ਜਿਹੜੀਆਂ ਇਹ ਗੱਲੀ ਬਾਤੀ ਨਹੀਂ ਹੁੰਦੀਆਂ, ਇਹਨਾਂ ਮੀਟਿੰਗਸ ਦੇ ਮਿੰਟਸ ਬਣਦੇ ਆ ਔਰ ਮਿੰਟਸ ਜਿਹੜੇ ਆ ਫਿਰ ਸਰਕੂਲੇਟ ਹੁੰਦੇ ਆ। ਕੌਣ ਬੰਦਾ ਕੀ ਬੋਲਿਆ ਹੂ ਬਹੂ ਉਹਦੀ ਰਿਕਾਰਡਿੰਗ ਹੁੰਦੀ ਹੈ ਤੇ ਰਿਕਾਰਡਿੰਗ ਜਿਹੜੀ ਹੈ ਫਿਰ ਸਰਕੂਲੇਟ ਹੁੰਦੀ ਹੈ। ਇਹ ਜਿਹੜੀ ਹਾਈ ਪਾਵਰਡ ਕਮੇਟੀ ਬਣੀ ਸੀ, ਦਰਅਸਲ ਇਹ ਬਣੀ ਸੀ ਕਿ ਕਿਸਾਨ ਦੀ ਇਨਕਮ ਨੂੰ ਡਬਲ ਕਰਨਾ। 24 तक या 22 तक ये कह रहे सी असीं डबल कर देंगे, मोदी जी का वादा सी। ਇਹਦੀਆਂ 3 ਮੀਟਿੰਗਸ ਹੋਈਆਂ। ਪਹਿਲੀ ਮੀਟਿੰਗ ਤੇ ਤਾਂ ਪੰਜਾਬ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਅਸੀਂ ਉਹਨਾਂ ਨੂੰ ਪ੍ਰੋਟੈਸਟ ਕੀਤਾ ਪੰਜਾਬ ਨੇ ਕਿ ਐਗਰੀਕਲਚਰ ਤੇ ਮੀਟਿੰਗ ਹੋਵੇ ਤੇ ਪੰਜਾਬ ਉਹਦੇ 'ਚ ਉਹਨਾਂ ਦੀ ਸ਼ਮੂਲੀਅਤ ਨਾ ਹੋਵੇ ਤਾਂ ਇਹਦਾ ਉਹੀ ਹੋ ਗਿਆ ਜਿਵੇਂ ਬਿਨਾਂ ਲਾੜੇ ਤੋਂ ਬਰਾਤ ਜਾ ਰਹੀ ਹੈ। दूल्हे तो बगैर बारात किवें जाएगी, पंजाब तो बगैर एग्रीकल्चर इंडिया का की समझेगा। उन्होंने सानू दूजी मीटिंग शामिल किया तो ये जिहड़े मैं तुहानू दस्तावेज़ दिते है, ये मिनट्स जिहड़े है उस मीटिंग के मिनट्स भी दर्ज है, ये तुसीं पढ़ सकते हो। ये जो मैं उत्थे बोलिया वो भी दर्ज है। और जो पंजाब सरकार ने तीजी जिहड़ी मीटिंग नहीं हुई उहदे च कहा सी कि तुसीं अपने फाइनल कॉमेंट्स लिख के दे दिओ। वो 6 सफ़ियां का जिहड़ा पंजाब की रिपोर्ट है वो भी मैं तुहाडे सामने पेश कर रहा। सो मैं अज की जिहड़ी ये मुख्तसर जी प्रैस ब्रीफिंग सी, मैं इन्ना ही कहना चाहांगा, जे किसी पत्रकार का किसी भरा भैन का कोई सवाल जवाब होवे तो मैं रुचिका जी तो शुरू करांगा कि ज़रा बुलंद आवाज़ च बोलियो जी।
militancy was an attack on private sector, or was talking about some specific agencies, intelligence agencies? What exactly are you looking at? ਸੋ ਮੇਰਾ ਜਿਹੜਾ ਬਿਆਨੀਆ ਹੈ ਉਹ ਇਹੀ ਸੀਗਾ ਕਿ ਪੰਜਾਬ ਨੇ ਹਮੇਸ਼ਾ ਹਿੰਦੁਸਤਾਨ ਵਾਸਤੇ ਕੁਰਬਾਨੀ ਦਿੱਤੀ ਹੈ। ਜਿਹੜਾ ਮਿਲੀਟੈਂਸੀ ਹੋਈ ਪੰਜਾਬ ਦੇ ਵਿੱਚ, ਬੇਸਿਕਲੀ ਮਿਲੀਟੈਂਸੀ ਵਾਜ਼ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਸੀਗੇ, ਦੇ ਵਾਂਟਡ ਟੂ ਡੀਸਟੇਬਲਾਈਜ਼ ਇੰਡੀਆ। ਉਹ ਬੰਗਲਾਦੇਸ਼ ਦਾ ਬਦਲਾ ਲੈਣਾ ਚਾਹੁੰਦੇ ਸੀ। ਦ ਕੱਟਸ ਵਰ ਮੇਡ ਇਨ ਪੰਜਾਬ। ਗਵਰਨਮੈਂਟ ਆਫ ਇੰਡੀਆ ਨੇ ਉਸ ਵੇਲੇ, ਹਾਲਾਂਕਿ ਕੌਨਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਕੋਈ ਵੀ ਸਟੇਟ ਜਿਹੜਾ ਸਟ੍ਰੈਸ 'ਚ ਆ ਗਿਆ, ਆਈਦਰ ਐਕਸਟਰਨਲੀ ਔਰ ਇੰਟਰਨਲੀ, ਗਵਰਨਮੈਂਟ ਆਫ ਇੰਡੀਆ ਮਸਟ ਕਮ ਟੂ ਦ ਏਡ ਆਫ ਦੈਟ ਸਟੇਟ। ਸਾਨੂੰ ਸਾਡੇ 27,000 ਸਿਵਿਲੀਅਨ ਸ਼ਹੀਦ ਹੋ ਗਏ, ਸਾਡੇ 8100 ਪੁਲਿਸਮੈਨ ਸ਼ਹੀਦ ਹੋ ਗਏ, ਸਾਡਾ ਨੁਕਸਾਨ ਹੋ ਗਿਆ, ਸਾਡੀ ਇਕੋਨਮੀ ਤਬਾਹ ਹੋ ਗਈ। ਜਿਸ ਕਿਸਮ ਦੀ ਮਦਦ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਚਾਹੁੰਦੇ ਸੀ, ਬੜੀ ਮੁਸ਼ਕਿਲ ਨਾਲ ਮਿਲੀਟੈਂਸੀ ਦੇ ਲੋਨਸ ਜਿਹੜੇ ਵੇਵ ਆਫ ਹੋਏ, ਔਰ ਜਦੋਂ ਵੇਵ ਆਫ ਹੋਏ 2500 ਕਰੋੜ ਰੁਪਇਆ ਅਸੀਂ ਪ੍ਰੀ ਪੇ ਕਰ ਚੁੱਕੇ ਸੀ, ਜਿਹਦੀ ਕਿ ਅੱਜ ਤੋਂ 10 ਸਾਲ ਪਹਿਲਾਂ ਨੈਟ ਪ੍ਰੈਜ਼ੈਂਟ ਵੈਲਿਊ 10,000 ਕਰੋੜ ਬਣਦੀ ਸੀ, ਜਿਹਦੀ ਕਿ ਅੱਜ ਦੇ ਵਿੱਚ, ਅੱਜ ਦੇ ਹਾਲਾਤ, ਜੇ ਤੁਸੀਂ ਇਹ ਤਾਂ ਮੈਥਮੈਟਿਕਸ ਹੈ, ਜੇ ਤੁਸੀਂ ਕੈਲਕੂਲੇਟ ਕਰੋ ਤਾਂ 30,000 ਕਰੋੜ ਰੁਪਇਆ ਅੱਜ ਨੈਟ ਪ੍ਰੈਜ਼ੈਂਟ ਵੈਲਿਊ ਆਫ 2500 ਕਰੋੜ, ਜਿਹੜੇ ਕਿ 30 ਸਾਲ ਪਹਿਲਾਂ ਅਸੀਂ ਭਰੇ ਹੈ। ਉਹ ਚਲੋ ਮੈਂ ਨਹੀਂ ਕਹਿੰਦਾ ਕਿ ਅਸੀਂ ਉਹਦਾ ਕੋਈ ਮੁਆਵਜ਼ਾ ਚਾਹੁੰਦੇ ਹਾਂ, ਪਰ ਘੱਟੋ ਘੱਟ ਯਾਰ ਇਸ ਸੈਂਸਿਟੀਵਿਟੀ ਤਾਂ ਹੋਵੇ ਕਿ ਅਸੀਂ ਜਦੋਂ ਹਿਲ ਸਟੇਟਸ ਨੂੰ ਕੰਸੈਸ਼ਨ ਦੇਵਾਂਗੇ। ਪੰਜਾਬ ਦੀ ਇਕੋਨਮੀ ਤਾਂ ਵੈਸੇ ਤਬਾਹ ਹੋ ਗਈ ਹੈ। 92-93 ਚੋਂ ਅਸੀਂ ਨਿਕਲੇ ਹਾਂ ਮਿਲੀਟੈਂਸੀ ਚੋਂ। ਉਹੀ ਬੀਜੇਪੀ ਦੀ ਸਰਕਾਰ ਫਿਰ ਜਾ ਕੇ ਹਿਲ ਸਟੇਟ ਨੂੰ ਕੰਸੈਸ਼ਨ ਦਿੰਦੀ ਹੈ। ਜਿਹੜੀ ਥੋੜੀ ਬਹੁਤ ਇੰਡਸਟਰੀ ਬਚੀ ਸੀ, ਸਰ ਇਹ ਕੰਸੈਸ਼ਨਸ ਕੀ ਸੀਗੇ? ਕੰਸੈਸ਼ਨਸ ਦਾ ਮਤਲਬ ਸੀ ਜਿਹੜਾ ਹਿਮਾਚਲ ਜਾਂ ਜੰਮੂ ਕਸ਼ਮੀਰ 'ਚ ਕਾਰਖਾਨਾ ਲਾਊਗਾ, ਉਹਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ 10 ਸਾਲ ਵਾਸਤੇ, ਉਹਨੂੰ ਕੋਈ ਸੈਂਟਰਲ ਐਕਸਾਈਜ਼ ਨਹੀਂ ਲੱਗੂਗਾ। ਤਾਂ ਕਿਸੇ ਦਾ ਦਿਮਾਗ ਫਿਰਿਆ ਕਿ ਉਹ ਪੰਜਾਬ 'ਚ ਆ ਕੇ ਇਨਵੈਸਟਮੈਂਟ ਕਰੂਗਾ। ਜੇ 10 ਗਜ ਤੁਸੀਂ ਪਠਾਨਕੋਟ ਤੋਂ ਅੱਗੇ ਚਲੇ ਜਾਓ ਤੇ ਤੁਸੀਂ ਉੱਥੇ ਕਾਰਖਾਨਾ ਲਾ ਲਓ। ਸੋ ਮੇਰਾ ਕਹਿਣ ਦਾ ਮਤਲਬ ਸੀ ਕਿ ਗਵਰਨਮੈਂਟ ਆਫ ਇੰਡੀਆ ਜਾਂ ਤਾਂ ਇਨਸੈਂਸਿਟਿਵ ਹੈ ਜਾਂ ਇਹ ਕੋਈ ਸਾਜ਼ਿਸ਼ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਜਦੋਂ ਵੀ ਬਿਜਲੀ ਡਿੱਗਦੀ ਹੈ ਤੇ ਪੰਜਾਬ ਤੇ ਡਿੱਗਦੀ ਹੈ। ਸਾਨੂੰ ਉਹਨਾਂ ਨੇ ਇੱਕ ਅਸ਼ੋਰੈਂਸ ਦਿੱਤੀ ਕਿ ਤੁਸੀਂ GST ਦੇ ਨਿਜ਼ਾਮ 'ਚ ਸ਼ਾਮਿਲ ਹੋ ਜਾਓ, ਤੁਹਾਡੀ ਜਿਹੜੀ ਜੇ ਕੋਈ ਤੁਹਾਨੂੰ ਘਾਟੇ ਪੈ ਗਏ ਤਾਂ ਅਸੀਂ ਉਹਨੂੰ ਕੰਪਨਸੇਟ ਕਰਾਂਗੇ। ਅਸੀਂ ਉਹਨਾਂ ਦੀਆਂ ਗੱਲਾਂ 'ਚ ਆ ਗਏ, ਜਾਂ ਗੱਲਾਂ 'ਚ ਦੀ ਵੀ ਗੱਲ ਨਹੀਂ, ਜਦੋਂ ਕੌਨਸਟੀਟਿਊਸ਼ਨ ਦੇ ਵਿੱਚ ਹੀ ਦਰਜ ਹੋ ਗਿਆ ਤਾਂ ਅਸੀਂ ਸੋਚਿਆ ਵੀ ਚਲੋ ਠੀਕ ਹੋ ਜਾਏਗਾ। ਹੁਣ ਤੁਸੀਂ ਇਹ ਹਿਸਾਬ ਲਾਓ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸੈਪਟੈਂਬਰ, 6 ਮਹੀਨੇ ਹੋ ਗਏ ਹੈ। 9,000 ਕਰੋੜ ਰੁਪਇਆ ਇਹ ਸਟੇਟ ਕਿਵੇਂ ਚੱਲ? ਜੇ 9,000 ਕਰੋੜ ਰੁਪਇਆ ਜੇ GST ਨਾ ਹੁੰਦਾ, ਵੈਟ ਹੁੰਦਾ, ਅਸੀਂ ਆਪਣੇ ਟੈਕਸ ਇਕੱਠੇ ਕਰ ਲੈਂਦੇ। ਜੇ ਸਾਡੇ ਕੋਲੇ ਕੋਈ ਸ਼ਾਰਟੇਜ ਹੁੰਦੀ ਅਸੀਂ ਟੈਕਸ ਵਧਾ ਲੈਂਦੇ। ਹੁਣ ਸਾਡੇ ਤਾਂ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਨਾ ਅਸੀਂ ਟੈਕਸ ਵਧਾ ਸਕਦੇ ਹਾਂ, ਨਾ ਸਾਨੂੰ ਕੰਪਨਸੇਸ਼ਨ ਦੇ ਰਹੇ ਹੈ। ਅਸੀਂ ਸਕੂਲ ਬੰਦ ਕਰ ਦਈਏ, ਅਸੀਂ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦਈਏ, ਅਸੀਂ ਨਹਿਰਾਂ ਬੰਦ ਕਰ ਦਈਏ, ਅਸੀਂ ਹਸਪਤਾਲ, ਸਟੇਟ ਕਿਵੇਂ ਚੱਲੇਗਾ? ਸੋ ਜਾਂ ਤਾਂ ਇਹ ਸਾਜ਼ਿਸ਼ ਹੈ ਜਾਂ ਇਨਸੈਂਸਿਟਿਵ ਹੈ ਕਿ ਅ ਸਟੇਟ ਲਾਈਕ ਪੰਜਾਬ, ਵਾਈ ਡੂ ਯੂ ਵਾਂਟ ਟੂ ਡੀਸਟੇਬਲਾਈਜ਼ ਇਟ? ਜਿਹੜਾ, ਔਰ ਮੈਂ ਤੁਹਾਨੂੰ ਇਹਦਾ ਅਸਲੀ ਮਕਸਦ ਦੱਸਦਾ ਹੈ, ਇਹ MSP ਖਤਮ ਕਰਨਾ ਹੈ। ਇਹਦੀ ਵਜ੍ਹਾ ਕੀ ਹੈ? FCI ਦੀਆਂ ਬੁੱਕਸ ਦੇ ਵਿੱਚ ਅੱਜ 4 ਲੱਖ ਕਰੋੜ ਦਾ ਡੈਟ ਹੈ, ਜਿਹੜਾ ਕਿ 31 ਮਾਰਚ ਨੂੰ 6 ਲੱਖ ਕਰੋੜ ਹੋ ਜਾਏਗਾ। ਗਵਰਨਮੈਂਟ ਆਫ ਇੰਡੀਆ ਇਹ 6 ਲੱਖ ਕਰੋੜ ਕਿਵੇਂ ਹੋਇਆ? 6 ਲੱਖ ਕਰੋੜ ਹੋਇਆ ਕਿਉਂਕਿ ਇਹ PDS ਦੇ ਵਿੱਚ ਰਾਸ਼ਨ ਜਾਂਦਾ ਹੈ। ਬਜਟ 'ਚੋਂ ਪੈਸੇ ਦੇਣੇ ਚਾਹੀਦੇ ਸੀ, FCI ਨੂੰ ਮਿਲ ਨਹੀਂ ਰਹੇ, FCI ਲੋਨ ਲੈ ਰਹੀ ਹੈ। ਬੇਸਿਕਲੀ ਦੇ ਆਰ ਅਨਏਬਲ ਟੂ ਕੰਟੀਨਿਊ। ਔਰ ਮੈਂ ਸਾਰੇ ਪੱਤਰਕਾਰ ਬੈਠੇ ਹੈ, ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਜਾਂ BJP ਨੂੰ ਪੁੱਛਣਾ ਚਾਹੁੰਦਾ ਹੈ ਕਿ ਸਬਸਿਡਾਈਜ਼ਡ ਰਾਸ਼ਨ ਕੀ ਹੈ? 5 ਕਿਲੋ ਕਣਕ ਹੈ ਜਾਂ 5 ਕਿਲੋ ਚਾਵਲ ਹੈ, ਜਿਹੜਾ ਕਿ ਇੱਕ ਬੰਦੇ ਨੂੰ ਦਿੰਦੇ ਹੈ। ਇਹਦੀ ਕੀਮਤ ਕਿੰਨੀ ਹੈ? MSP 1725 ਰੁਪਏ ਜਾਂ ਜਿੰਨੀ ਵੀ ਹੈ, 2-3 ਰੁਪਏ ਹੋਲਡਿੰਗ ਕਾਸਟ ਆ ਜਾਂਦੀ ਹੈ ਜਿਹੜੀ ਹੈਂਡਲਿੰਗ ਵਗੈਰਾ। ਤੁਸੀਂ 20 ਰੁਪਏ ਸਮਝ ਲਓ 1 ਕਿਲੋਗ੍ਰਾਮ ਕਣਕ ਦਾ ਜੇ ਰੇਟ ਹੈ, 5 ਕਿਲੋ ਦੇਣਾ ਹੈ, 100 ਰੁਪਇਆ ਬਣ ਗਿਆ।
ਜੇ ਇੱਕ ਮਹੀਨੇ 'ਚ ਭਾਰਤ ਸਰਕਾਰ 100 ਰੁਪਇਆ ਵੀ ਉਸ ਇਨਸਾਨ ਨੂੰ ਨਹੀਂ ਦੇ ਸਕਦੀ ਜਿਹੜੀ ਕਿ ਖਤੇ ਗੁਰਬਤ ਤੋਂ ਥੱਲੇ ਹੈ, ਗਰੀਬੀ ਦੇ ਖਾਸ ਲਕੀਰ ਤੋਂ ਥੱਲੇ ਹੈ, ਜੇ 100 ਰੁਪਇਆ ਮਹੀਨਾ ਵੀ ਕੋਈ ਸਰਕਾਰ ਨਹੀਂ ਦੇ ਸਕਦੀ ਤਾਂ ਫਿਰ ਸਰਕਾਰ ਖਵਾਉਣ ਦਾ ਉਹਨੂੰ ਕੋਈ ਅਧਿਕਾਰ ਨਹੀਂ। ਜਿਹੜਾ ਕਿ ਇਹ MSP ਖਤਮ ਕਰਨ ਦਾ ਮਤਲਬ ਇਹ ਹੋ ਗਿਆ ਕਿ ਹੌਲੀ ਹੌਲੀ ਇਹ PDS ਸਿਸਟਮ ਵੀ ਖਤਮ ਹੋਏਗਾ। ਥੈਂਕ ਯੂ। ਚਲੋ ਸਰ। One more question. What is the total loss that Punjab has suffered ever since the GST came into place? Have we suffered losses? Has our revenue gone up? If we have suffered losses, what is, basically if we continue to a system of that, so what is the loss, if any? ਸੀ ਬੇਸਿਕਲੀ ਹੋਇਆ ਕਿ ਜਦੋਂ 25% ਟੈਕਸ ਜਿਹੜਾ ਬੇਸ ਰੈਵਨਿਊ ਸਾਡਾ ਘਟ ਗਿਆ ਤਾਂ ਦੈਟ ਵਾਸ ਦ ਲਾਸ। ਬਟ ਦੇ ਟੋਲਡ ਅਸ ਕਿ ਅਸੀਂ 5 ਸਾਲ ਤੁਸੀਂ ਫਿਕਰ ਨਾ ਕਰਿਆ ਜੇ 5 ਸਾਲ ਅਸੀਂ ਕੰਪਨਸੇਟ ਕਰ ਦਾਂਗੇ ਔਰ 5 ਸਾਲਾਂ 'ਚ ਤੁਹਾਡੀ GDP ਇੰਨੀ ਵੱਧ ਜਾਏਗੀ, ਤੁਹਾਡਾ ਟੈਕਸ ਸਿਸਟਮ ਇੰਨਾ ਸਰਲ ਹੋ ਜਾਏਗਾ, ਤੁਹਾਡੀ ਐਕਸਪੋਰਟ ਇੰਨੀ ਕੰਪੀਟੀਸ਼ਨ 'ਚ ਆ ਜਾਣਗੇ ਕਿ ਤੁਹਾਨੂੰ ਫਿਰ ਕੰਪਨਸੇਸ਼ਨ ਦੀ ਜ਼ਰੂਰਤ ਨਹੀਂ ਪੈਗੀ। ਪਰ ਮਿਡਵੇ ਹੁਣ ਜਾ ਕੇ ਸਾਨੂੰ ਇਹ ਧਮਕੀਆਂ ਦੇ ਰਹੇ ਹੈ ਕਿ ਜਾਂ ਤਾਂ ਆਪਸ਼ਨ 1 ਜਾਂ ਆਪਸ਼ਨ 2 ਇਹਨੂੰ ਤੁਸੀਂ ਮੰਨ ਲਓ, ਵਰਨਾ ਫਿਰ ਤੁਹਾਡੀ ਕੰਪਨਸੇਸ਼ਨ 2022 'ਚ ਦੇਵਾਂਗੇ। ਮੈਂ ਉਹਨਾਂ ਨੂੰ ਇਹ ਖਤ ਲਿਖਿਆ ਕਿ ਤੁਸੀਂ ਆਪਣਾ ਕਨਸਟੀਟਿਊਸ਼ਨ ਬਦਲ ਲਓ, ਗੋ ਟੂ ਪਾਰਲੀਮੈਂਟ ਸਾਡੇ ਨਾਲ। ਔਰ ਮੈਂ ਇੱਕ ਗੱਲ ਹੋਰ ਵੀ ਦੱਸਦਾ ਜਾਵਾਂ ਕਿ ਜਿਹੜਾ ਪੰਜਾਬੀ ਹੁੰਦਾ ਹੈ, ਪਿਆਰ ਨਾਲ ਤਾਂ ਕੋਈ ਇਹਦੀ ਜਾਨ ਵੀ ਲੈ ਲੈਣਾ ਤਾਂ ਜਾਨ ਦੇ ਦਿੰਦਾ, ਪਰ ਇਹ ਜਿਹੜਾ ਕਾਨੂੰਨ ਦਾ ਸਾਨੂੰ ਝਾਂਸਾ ਦਿੰਦੇ ਆ ਜਾਂ ਧਮਕੀ ਦਿੰਦੇ ਆ, ਅਸੀਂ ਇਹ ਧਮਕੀ ਤੋਂ ਨਾ ਡਰਨ ਵਾਲੇ ਹਾਂ। ਔਰ ਮੈਂ ਕਿਹਾ ਅਖੀਰਲੀ ਹੱਦ ਤੱਕ ਜਾਵਾਂਗੇ। ਸਾਡਾ 1/4 ਟੈਕਸ ਬੇਸ ਉੱਡ ਗਿਆ ਹੈ, ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ, ਉਹ ਸਾਨੂੰ ਟੈਕਸ ਦੇ ਨਹੀਂ ਰਹੇ। ਤੇ ਜੇ GST ਦੀ ਕੰਪਨਸੇਸ਼ਨ ਨਹੀਂ ਦੇ ਸਕਦੇ ਤਾਂ ਤੁਸੀਂ ਖੁਦ ਜਾਣਦੇ ਹੋ ਕਿ MSP ਇਹ ਕਿਵੇਂ ਪੂਰੀ ਕਰਨਗੇ। ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ 1 ਅਕਤੂਬਰ ਤੋਂ ਰੇਲਾਂ ਰੋਕਣਗੇ। ਉਦੋਂ ਤੱਕ ਇਹ ਪ੍ਰੋਗਰਾਮ ਚੱਲੇਗਾ ਜਿੰਨਾ ਚਿਰ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਣ ਕੇ ਇਹ ਬਿੱਲਾਂ ਦੇ ਤੋਂ ਕੋਈ ਮਤਾ ਜਾਂ ਕੁਝ ਨਹੀਂ ਲੈ ਕੋਈ ਵਿਸ਼ੇਸ਼ ਸੈਸ਼ਨ ਪੱਤਰ ਤੱਕ ਹੈਗਾ ਪ੍ਰੋਗਰਾਮ। ਸਭ ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਦਿਨ ਦਾ ਜਿਹੜਾ ਸਤਰ ਹੋਇਆ ਸੀ ਉਹਦੇ 'ਚ ਯੂਨੈਨਿਮਸ ਤਾਂ ਨਹੀਂ ਕਹਿ ਸਕਦਾ, BJP ਨੇ ਉਹਦੇ 'ਚ ਵੋਟ ਨਹੀਂ ਪਾਈ, ਅਕਾਲੀ ਦਲ ਨੇ ਸ਼ਿਰਕਤ ਨਹੀਂ ਕੀਤੀ, ਪਰ ਇਹ ਮਤਾ ਤਾਂ ਆਲਰੇਡੀ ਚਲਾ ਗਿਆ ਹੈ, ਇਹ ਆਲਰੇਡੀ ਚਲਾ ਗਿਆ ਹੈ। ਇਸ ਤੋਂ ਇਲਾਵਾ ਜਿਹੜਾ ਹੁਣ ਜਿਹੜਾ ਅਗਲਾ ਰੱਦੇ ਅਮਲ ਹੈ ਇਹ ਮਤਿਆਂ ਨਾਲ ਨਹੀਂ ਆਉਣਾ, ਇਹ ਜਾਂ ਤਾਂ ਇੱਕ ਪ੍ਰੈਸ਼ਰ ਪਏਗਾ ਸੁਪਰੀਮ ਕੋਰਟ ਦਾ, ਤੇ ਜਾਂ ਫਿਰ ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਜੇ ਸਾਰੇ ਪੰਜਾਬ ਨੂੰ ਹੀ APMC ਦੇ ਤਹਿਤ ਲੈ ਆਈਏ। ਹੁਣ ਤੱਕ ਤਾਂ ਸਿਰਫ ਮੰਡੀਆਂ ਹੀ ਹੈ ਨਾ ਜੀ, ਤੇ ਮੰਡੀਆਂ ਤੋਂ ਅਸੀਂ ਕਹੀਏ ਵੀ ਟੋਟਲ ਪੰਜਾਬ ਦੀ ਜਿਹੜੀ ਸਰਜ਼ਮੀਨ ਹੈ ਇਹ APMC ਦੇ ਤਹਿਤ ਆਉਂਦੀ ਹੈ, ਤਾਂ ਇਹਦੇ 'ਚ ਫਿਰ ਇਹ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਪ੍ਰਾਈਵੇਟ ਖਰੀਦ ਜਿਹੜੀ ਹੈ, ਜਿਹਦੇ ਕੋਲੇ ਪ੍ਰਾਈਵੇਟ ਖਰੀਦ ਦਾ ਮਤਲਬ ਹੈ ਜਿਹਦੇ ਕੋਲੇ ਲਾਇਸੈਂਸ ਹੈ ਨਹੀਂ, ਪ੍ਰਾਈਵੇਟ ਖਰੀਦ ਦਾ ਮਤਲਬ ਹੈ ਜਿਹੜਾ ਮੰਡੀ ਦੀ ਫੀਸ ਨਹੀਂ ਦੇ ਰਿਹਾ, ਜਿਹੜਾ ਸਰਕਾਰ ਦੇ ਰੈਗੂਲੇਸ਼ਨ ਨਹੀਂ ਫੋਲੋ ਕਰ ਰਿਹਾ। ਔਰ ਇਹ APMC ਐਕਟ ਅੱਜ ਦਾ ਨਹੀਂ ਹੈ, ਇਹ ਸਰ ਛੋਟੂ ਰਾਮ ਵੇਲੇ ਦਾ, ਇਹ ਪ੍ਰਤਾਪ ਸਿੰਘ ਕੈਰੋ ਵੇਲੇ ਦਾ। ਔਰ ਜਿਹੜੀ ਸਟੇਟ ਨੇ ਜਾਂ ਜਿਹੜੇ APMC ਐਕਟ ਜਿਹੜਾ ਪੰਜਾਬ ਦਾ ਹੈ, ਜਿਹਨੇ ਇੰਡੀਆ ਅਮਰੀਕਾ ਦੇ ਕਣਕ ਤੇ ਪਲ ਰਿਹਾ ਹੁੰਦਾ, ਅਮਰੀਕਾ ਦੇ ਚਾਵਲਾਂ ਤੇ ਪਲ ਰਿਹਾ ਹੁੰਦਾ, ਜੇ ਇਹ APMC ਐਕਟ ਔਰ ਜਿਸ ਸੁਥਰੇ ਢੰਗ ਨਾਲ ਪੰਜਾਬ ਨੇ ਚਲਾਇਆ, ਪੰਜਾਬ ਜਾਂ ਹਰਿਆਣਾ, ਚਲੋ ਇੱਕੋ ਹੀ ਖਿੱਤਾ ਹੈ, ਹੁਣ ਇਹਦੇ 2 ਨਾਂ ਹੋ ਗਏ, ਇੱਕ ਨੂੰ ਹਰਿਆਣਾ ਕਹਿਣ ਲੱਗੇ, ਇੱਕ ਨੂੰ ਪੰਜਾਬ। ਜੇ ਇਹ ਨਾ ਹੁੰਦੇ ਤਾਂ ਅਸੀਂ ਖੁਦ ਕਫੀਲ ਹੋ ਗਏ ਹਾਂ, ਖੁਦ ਕਫੀਲ ਨਾਲੋਂ ਵੀ ਅਸੀਂ ਸਰਪਲਸ ਹੋ ਗਏ ਹਾਂ। 20 ਲੱਖ ਕਰੋੜ ਦਾ ਪੈਕੇਜ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤਾ ਸੀ, 20 ਲੱਖ ਕਰੋੜ ਚੋਂ ਕੀ ਆਇਆ? ਸਿਰਫ ਚਾਵਲ ਔਰ ਕਣਕ ਆਈ ਹੈ ਇੰਡੀਆ ਦੇ ਲੋਕਾਂ ਨੂੰ, ਇਸ ਤੋਂ ਇਲਾਵਾ ਕੱਖ ਨਹੀਂ ਆਇਆ। ਔਰ ਜੇ ਇਹ ਭੰਡਾਰ ਨਾ ਹੁੰਦੇ ਤੇ ਵਾਈ ਡੂ ਯੂ ਵਾਂਟ ਟੂ ਟਿੰਕਰ ਵਿਦ ਅ ਸਿਸਟਮ ਵਿਚ ਇਜ਼ ਰਨਿੰਗ ਵੈਰੀ ਵੈਰੀ ਐਫੀਸ਼ੀਐਂਟਲੀ। ਬਸ ਇਹੀ ਸਭ ਮੈਂ ਸਭ ਨੂੰ ਨਹੀਂ ਸਭ ਇਹ ਨਾ ਕਹੋ, ਇਹ ਆਲਰੇਡੀ ਆ ਚੁੱਕਿਆ। ਸੋ ਮਤਲਬ ਵਾਟ ਪਰਪਸ ਵਿਲ ਇਟ ਸਰਵ? ਸੋ ਉਹ ਜੇ ਉਹਨਾਂ ਦੀ ਡਿਮਾਂਡ ਹੈ, ਦੇਖੋ ਗੱਲ ਇਹ ਹੈ ਕਿ ਸੈਸ਼ਨ ਬਣਾਉਣਾ ਇਹ ਕੈਬਨਿਟ ਦੀ ਜਾਂ CM ਦੀ ਪ੍ਰੈਰੋਗੇਟਿਵ ਹੈ, ਜਾਂ ਇਹ ਕੋਈ ਪਾਰਟੀ ਇਸ 'ਤੇ ਫੈਸਲਾ ਲਏਗਾ।
ਜਦੋਂ ਵੀ ਸੈਂਟਰ ਨੇ ਕੋਈ ਸਿਸਟਮ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬ ਉਹਦੇ ਵਿੱਚ ਪਹਿਲਾ ਸੂਬਾ ਜਿਹੜਾ ਬਲਾਈਂਡਲੀ ਉਹਨੂੰ ਅਪੋਜ਼ ਕਰ ਦਿੰਦਾ, ਬਲਕਿ ਸੁਧਾਰ ਨਹੀਂ ਲੈਂਦਾ। ਮੇਰੀ ਐਗਜ਼ਾਮਪਲ ਸੁਣੋ। ਐਗਜ਼ਾਮਪਲ ਜਿਵੇਂ ਤੁਸੀਂ ਹੁਣ ਆਪਣੀ ਪ੍ਰੈਸ ਕਾਨਫਰੰਸ ਵੀ ਦਿੱਤਾ ਕਿ ਜਿਹੜੀ ਫਰਟੀਲਾਈਜ਼ਰ ਸਬਸਿਡੀ ਹੈ ਉਹ ਹੁਣ ਖਾਤਿਆਂ 'ਚ ਜਾਏਗੀ ਕਿਸਾਨ ਦੇ, ਨਾ ਕਿ ਸਿੱਧੀ ਮਿਲਦੀ ਹੈ ਜਿਹੜੀ ਕਿ 4500 ਕਰੋੜ ਤੁਹਾਨੂੰ ਮਿਲ ਰਹੀ ਸੀ, ਅਤੇ ਖਾਤਿਆਂ ਦੇ ਵਿੱਚ ਸ਼ਾਇਦ ਨਾ ਜਾਣ ਕਰਕੇ ਸ਼ਾਇਦ 6000 ਕਰੋੜ ਤੱਕ ਵੀ ਆ ਰਹੀ ਹੈ ਤੁਹਾਡੇ ਕੋਲ, ਕਿਉਂਕਿ ਉਹਦਾ ਹਿਸਾਬ ਤਾਂ ਕੋਈ ਨਹੀਂ। ਦੂਸਰਾ ਜਿਹੜਾ ਮੰਡੀ ਫੀਸ ਔਰ ਰੂਰਲ ਡਿਵੈਲਪਮੈਂਟ ਫੰਡ 3% ਹੈ, 4000 ਕਰੋੜ ਦੇ ਕਰੀਬ ਬਣਦਾ, ਉਹਨੂੰ ਤੁਸੀਂ ਬਜਟ ਦੇ ਵਿੱਚ ਸ਼ੋਅ ਨਹੀਂ ਕਰਦੇ ਕਿਉਂਕਿ ਉਹ ਬਜਟ ਤੋਂ ਬਾਹਰ ਵੀ ਕਰ ਲੈਂਦੇ ਹੋ। ਹੁਣ ਤੀਸਰੀ ਜਿਹੜੀ ਗੱਲ ਆ ਰਹੀ ਹੈ ਉਹ ਆ ਰਹੀ ਹੈ 14.5 ਲੱਖ ਟਿਊਬਵੈੱਲ ਹੈ ਜਿਨ੍ਹਾਂ ਨੂੰ ਬਲਾਈਂਡਲੀ ਸਾਤਾ ਸਿੰਘ ਬੰਤਾ ਸਿੰਘ ਦੇ ਜੇ ਅਗਰ 50 ਟਿਊਬਵੈੱਲ ਚੱਲਦੇ ਆ ਤਾਂ ਉਹਨਾਂ ਨੂੰ ਫ੍ਰੀ ਬਿਜਲੀ ਮਿਲਦੀ ਹੈ। ਲੇਕਿਨ ਗਵਰਨਮੈਂਟ ਆਫ ਇੰਡੀਆ ਇਹ ਕਹਿ ਰਹੀ ਹੈ ਕਿ ਪੰਜਾਬ ਗਵਰਨਮੈਂਟ ਬਿਲਕੁਲ ਫ੍ਰੀ ਦੇਵੇ, ਲੇਕਿਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵੇ। ਪਹਿਲਾਂ ਕਿਸਾਨ ਉਹਨੂੰ ਬਿੱਲ ਦੇ ਦੇਵੇ ਔਰ ਫਿਰ ਉਹਦੇ ਖਾਤੇ ਦੇ ਵਿੱਚ ਪੈਸੇ ਪਾ ਦੇਵੇ। ਇਹਦੇ ਵਿੱਚ ਸੁਧਾਰ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੈਗੀ ਹੈ। ਕਿਉਂ ਨਹੀਂ ਪੰਜਾਬ ਗਵਰਨਮੈਂਟ ਇਸ ਸੁਧਾਰ ਨੂੰ ਲਾਗੂ ਕਰਦੀ ਤਾਂ ਕਿ ਇਹ ਜਿਹੜਾ ਖੁਦ ਹੋ ਰਿਹਾ ਪੈਸਾ ਆ ਰਿਹਾ ਉੱਧਰੋਂ ਫਸਟ ਕਰੋ। ਤੁਸੀਂ ਹੁਣ ਸਬਸਿਡੀ ਜਿਹੜੀ ਇਲੈਕਟ੍ਰਿਸਿਟੀ ਬੋਰਡ ਦਾ ਕਾਰਪੋਰੇਸ਼ਨ ਨੂੰ ਦੇ ਰਹੇ ਹੋ ਉਹ ਟਿਊਬਲਾਂ ਦੀ ਦੇ ਖਾਤੇ ਦੇ ਵਿੱਚ 7000 ਕਰੋੜ ਦੇ ਕਰੀਬ ਤੁਸੀਂ ਦੇ ਰਹੇ ਹੋ ਸਾਲ, ਠੀਕ ਹੈ। ਲੇਕਿਨ ਐਕਚੁਅਲੀ ਜਿਹੜੀ ਹੈ ਜੇ ਟਿਊਬਲਾਂ ਦਾ ਬਿੱਲ ਲਾ ਦਿੱਤਾ ਜਾਏ ਜਾਂ ਮੀਟਰ ਲਾ ਦਿੱਤੇ ਜਾਣ ਤਾਂ ਹਾਰਡਲੀ 3000 ਕਰੋੜ ਬਣਦਾ। ਉਹ ਜਿਹੜਾ 4000 ਕਰੋੜ ਖੁਰਦ ਹੋ ਰਿਹਾ ਉਹਨੂੰ ਅਗਰ ਸੁਧਾਰ ਲਿਆ ਜਾਏ ਤਾਂ ਕੀ ਹਰਜ ਕੀ ਹੈ? ਮੇਰਾ ਸਵਾਲ ਦਾ ਜਵਾਬ ਦਿਓ ਐਸ ਫਾਈਨਾਂਸ ਮਿਨਿਸਟਰ ਤੁਸੀਂ। ਸਭ ਜਿੱਥੋਂ ਤੱਕ ਕਿ ਤੁਸੀਂ ਕਿਹਾ ਕਿ ਪੰਜਾਬ ਨੂੰ ਕੀ ਇਤਰਾਜ਼ ਹੋ ਸਕਦਾ ਹੈ ਐਂਡ ਬਲਾਈਂਡਲੀ ਤੁਸੀਂ ਇਹਨੂੰ ਕਿਉਂ ਅਪੋਜ਼ ਕਰ ਰਹੇ ਹੋ। ਫਰਟੀਲਾਈਜ਼ਰ ਸਬਸਿਡੀ ਜੇ ਡਾਇਰੈਕਟਲੀ ਕਿਸਾਨ ਦੇ ਖਾਤੇ ਚਲੀ ਜਾਵੇ, ਅਸੀਂ ਬਲਾਈਂਡਲੀ ਇਹਨੂੰ ਨਹੀਂ ਅਪੋਜ਼ ਕਰ ਰਹੇ। ਅਸੀਂ ਬੜੀ ਜ਼ਿੰਮੇਵਾਰੀ ਨਾਲ ਬੜੀ ਹੋਸ਼ਮੰਦੀ ਨਾਲ ਮੈਂ ਇੱਥੇ ਇਹ ਗੱਲ ਕਹੀ ਹੈ ਕਿ ਅੱਜ ਪੰਜਾਬ ਇੱਕ ਪ੍ਰੋਡਕਸ਼ਨ ਸਟੇਟ ਹੈ। ਅਸੀਂ ਸਾਡੀ ਪੰਜਾਬ ਦੀ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਹਾਈਐਸਟ ਹੈ ਇੰਡੀਆ 'ਚ। ਇਟ ਇਜ਼ 3 ਟਾਈਮਸ ਦ ਨੈਸ਼ਨਲ ਐਵਰੇਜ। ਪ੍ਰੋਡਕਸ਼ਨ ਵਾਸਤੇ ਫਰਟੀਲਾਈਜ਼ਰ ਦੀ ਜ਼ਰੂਰਤ ਪੈਂਦੀ ਹੈ। ਅੱਜ ਵੀ ਪੰਜਾਬ ਦੀ ਜਿਹੜੀ ਫਰਟੀਲਾਈਜ਼ਰ ਕੰਜ਼ੰਪਸ਼ਨ ਹੈ ਇਹ ਚਾਈਨਾ ਦੇ ਫਰਟੀਲਾਈਜ਼ਰ ਕੰਜ਼ੰਪਸ਼ਨ ਨਾਲੋਂ 1/3 ਵੀ ਨਹੀਂ ਹੋਣੀ। ਟੂ ਗਰੋ ਹਾਇਰ, ਮਤਲਬ ਜੇ ਪ੍ਰੋਡਕਟਿਵਿਟੀ ਹਾਇਰ ਲੈ ਕੇ ਜਾਣੀ ਹੈ ਤਾਂ ਸਾਨੂੰ ਫਰਟੀਲਾਈਜ਼ਰਸ ਦੀ ਲੋੜ ਪੈਣੀ ਹੈ। ਇਹ ਜਿਹੜੀ ਸਾਨੂੰ 5000 ਪਰ ਫਾਰਮਰ, ਨਾਟ ਏਕੜ, ਪਰ ਫਾਰਮਰ, 15 ਲੱਖ ਫਾਰਮਰ ਹੈ, 5000 ਜੇ ਰੁਪਏ ਦਿੰਦੇ ਆ ਤਾਂ ਇਹ ਜੋ ਪੰਜਾਬ ਦੀ ਕਰੰਟ ਯੂਸੇਜ ਹੈ ਇਸ ਤੋਂ ਕਿਤੇ ਥੱਲੇ ਹੈ। ਇਹਦੇ ਨਾਲ ਪੰਜਾਬ ਦਾ ਨੈਟ ਲਾਸ ਹੋਊਗਾ। ਇਹ ਕੈਲਕੂਲੇਟ ਕਰ ਰਹੇ ਕਿ ਹਰ ਸੀਜ਼ਨ ਦੇ ਵਿੱਚ ਹਰ 6 ਮਹੀਨਿਆਂ ਬਾਅਦ ਅਸੀਂ ਸਬਸਿਡੀ ਦੇਣੀ ਹੈ 1 ਬੈਗ ਯੂਰੀਆ ਦੀ। ਯੂਰੀਆ ਦੇ ਤਾਂ ਕਈ ਵਾਰੀ 3-3 4-4 ਬੈਗ ਵੀ ਲੱਗ ਜਾਂਦੇ ਆ। ਆਲੂਆਂ ਦੀ ਜਿਹੜੀ ਖੇਤੀ ਹੁੰਦੀ ਹੈ, ਪੰਜਾਬ ਇਜ਼ ਵਨ ਆਫ ਦ ਬਿਗੇਸਟ ਪੋਟੇਟੋ ਗਰੋਰਸ ਆਫ ਇੰਡੀਆ। ਸੋ ਇਹਦੇ ਨਾਲ ਸਾਨੂੰ ਪੰਜਾਬ ਨੂੰ 4500 ਕਰੋੜ ਦਾ ਕਿਸਾਨ ਤੇ ਬੋਝ ਪੈਗਾ। ਇਸ ਕਰਕੇ ਅਸੀਂ ਬਲਾਈਂਡਲੀ ਨਹੀਂ, ਅਸੀਂ ਬੜੀ ਅੱਖਾਂ ਖੋਲ੍ਹ ਕੇ ਅਸੀਂ ਇਹਨੂੰ ਅਪੋਜ਼ ਕਰ ਰਹੇ ਹਾਂ। ਜਿੱਥੋਂ ਤੱਕ ਤੁਸੀਂ ਇਹ ਸਵਾਲ ਕੀਤਾ ਕਿ ਜਿਹੜੀ ਟਿਊਬਵੈੱਲ ਦੀ ਬਿਜਲੀ ਹੈ ਇਹ ਆਲਮੋਸਟ 50% ਜ਼ਾਇਆ ਹੋ ਰਹੀ ਹੈ, ਇਹ ਮੈਂ ਮੰਨਣ ਨੂੰ ਤਿਆਰ ਨਹੀਂ। 1.4 ਮਿਲੀਅਨ ਪੰਪਸ ਹੈ। ਅਸੀਂ ਕੁਝ ਫੀਡਰਾਂ ਤੇ ਐਜ਼ ਪਾਇਲਟ ਪ੍ਰੋਜੈਕਟ ਅਸੀਂ ਇਹ ਮੀਟਰ ਲਾਈਵ ਹੀ ਹੈ, ਇਸ ਵੇਲੇ ਚੱਲ ਰਿਹਾ ਹੈ। ਉਹ ਜੇ ਉਹ ਟਰਾਇਲ ਜਾਂ ਜਿਹੜੀ ਅਸੀਂ ਜਿਹੜੀ ਪਾਇਲਟ ਪ੍ਰੋਜੈਕਟ ਜੇ ਤੁਸੀਂ ਕਹਿੰਦੇ ਹੋ ਫੇਲ ਹੋ ਗਿਆ ਤਾਂ ਉਹਦਾ ਮਤਲਬ ਹੈ ਕਿ ਪੰਜਾਬ ਦੇ ਕਿਸਾਨ ਨੇ ਉਹਨੂੰ ਰੱਦ ਕਰਤਾ ਹੈ। ਉਹ ਕਹਿ ਰਿਹਾ ਕਿ ਮੈਂ ਮੀਟਰਡ ਇਲੈਕਟ੍ਰਿਸਿਟੀ ਔਰ ਤੁਸੀਂ ਕਹਿੰਦੇ ਉਹਦੇ 'ਚ ਸੇਵਿੰਗ ਹੋਊਗੀ ਕਿ ਉਹਦੇ ਖਾਤੇ 'ਚ ਪਹਿਲਾਂ ਪੈਸੇ ਪਾ ਦਿਓ ਔਰ ਸ਼ਾਇਦ ਉਹ ਸੇਵਿੰਗ ਕਰ ਲੇ। ਤਾਂ ਇਹਦਾ ਮਤਲਬ ਹੈ ਅਸੀਂ ਕਿਸਾਨ ਦੇ ਉੱਤੇ ਕੋਈ ਐਸਾ ਕਾਨੂੰਨ ਮੁਸੱਲਤ ਨਹੀਂ ਕਰਨਾ ਚਾਹੁੰਦੇ ਜਿਹਦੇ ਕਿਸਾਨ ਦੇ ਵਿੱਚ ਖਰਚੇ 'ਚ ਇਜ਼ਾਫਾ ਹੋਵੇ। ਅੱਜ ਟੋਟਲ ਜਿਹੜੀ ਹੈ ਤੁਸੀਂ ਕਿਹਾ ਹੈ ਕਿ 7000 ਕਰੋੜ ਟਿਊਬਵੈੱਲ ਦੀ ਸਬਸਿਡੀ ਹੈ। ਟੋਟਲ
ਜਿਹੜੀ ਪੰਜਾਬ 'ਚੋਂ ਪ੍ਰੋਕਿਉਰਮੈਂਟ ਹੋ ਰਹੀ ਹੈ FCI ਦੀ, ਉਹ ਤਕਰੀਬਨ 65 ਤੋਂ 70 ਹਜ਼ਾਰ ਕਰੋੜ ਹੈ। ਇਹਦਾ ਮਤਲਬ ਜੇ ਅਸੀਂ ਇਲੈਕਟ੍ਰਿਸਿਟੀ ਸਬਸਿਡੀ ਨੂੰ ਘੱਟ ਕਰਦੇ ਹਾਂ, 7000 ਕਰੋੜ ਬਣਿਆ 10%। ਪੰਜਾਬ ਦਾ ਕਿਸਾਨ ਅੱਜ ਇਸ ਪੋਜੀਸ਼ਨ 'ਚ ਨਹੀਂ ਹੈ ਕਿ 10% ਜਾਂ ਤਾਂ ਉਹਦੇ ਤੇ ਕਾਸਟ ਕੀਤੀ ਜਾਵੇ ਐਡ, ਜਾਂ ਉਹਨੂੰ ਕਹੀਏ ਵੀ ਯਾਰ ਆ ਚੱਕ ਪੈਸੇ ਹੁਣ ਬਚਦੇ ਆ ਬਚੇ, ਨਹੀਂ ਤਾਂ ਇਹ ਜ਼ਿੰਮੇਵਾਰੀ ਤੋਂ ਪੰਜਾਬ ਸਰਕਾਰ ਭੱਜ ਨਹੀਂ ਸਕਦੀ। ਸੋ ਅਸੀਂ ਬਲਾਈਂਡਲੀ ਨਹੀਂ, ਮਤਲਬ ਇੱਕ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ, ਜੇ ਪੰਜਾਬ ਦਾ ਇੱਕ ਮੋਰੀ ਵਾਲਾ ਪੈਸਾ ਵੀ ਬਚਦਾ ਹੋਵੇ ਤਾਂ ਮੈਥੋਂ ਜ਼ਿਆਦਾ ਖੁਸ਼ੀ ਕੀ ਨਹੀਂ ਹੋਏਗੀ। ਬਟ ਇਸ ਵੇਲੇ ਇੰਡੀਅਨ ਐਗਰੀਕਲਚਰ ਜਾਂ ਪੰਜਾਬ ਐਗਰੀਕਲਚਰ ਪੋਜੀਸ਼ਨ 'ਚ ਹੀ ਹੈ ਨਹੀਂ ਟੂ ਬੀ ਏਬਲ ਟੂ ਟੇਕ ਐਡਵਾਂਟੇਜ ਆਫ ਦੈਟ ਸਕੀਮ। ਔਰ ਅੱਜ ਸ਼ਾਮ ਨੂੰ CM ਸਾਹਿਬ ਨੇ ਇੱਕ ਮੀਟਿੰਗ ਰੱਖੀ ਹੈ, ਕੋਈ ਨਾ ਕੋਈ ਰਸਤਾ ਤਾਂ ਨਿਕਾਲਣਾ ਹੀ ਪੜੇਗਾ, ਜਿਹਨੂੰ ਕਹਿੰਦੇ ਆ ਸੋਲਰ ਟਿਊਬਵੈਲਸ, ਕਿ ਜਿੰਨੇ ਪੰਜਾਬ ਦੇ ਟਿਊਬਵੈਲ ਹੈ ਇਹਨਾਂ ਨੂੰ ਸੋਲਰ ਬਿਜਲੀ ਤੇ ਚਲਾ ਦਿੱਤਾ ਜਾਵੇ। ਇੱਕ 14 ਲੱਖ ਪੰਪ ਹੈ। ਅੱਜ ਇੱਕ ਬੜੀ ਪ੍ਰੀਲਿਮਿਨਰੀ ਮੀਟਿੰਗ ਹੋਣ ਜਾ ਰਹੀ ਹੈ, ਜਿਹਦੇ ਇਹ ਡਿਸਕਸ਼ਨ ਹੋ ਰਹੀ ਹੈ ਕਿ ਜਿਹੜਾ ਕਿ ਇੱਕ ਵਾਰੀ ਕੈਪੀਟਲ ਕਾਸਟ ਆ ਜਾਏ, ਫਿਰ 25 ਸਾਲਾਂ ਤੱਕ ਬਿਜਲੀ ਜਿਹੜਾ ਹੈ ਉਹ ਸੋਲਰ ਪੰਪ ਜਿਹੜੇ, ਜੇ ਟੈਕਨੋਲੋਜੀ ਹੋਈ ਤਾਂ ਵੀ ਵਿਲ ਸਟਾਰਟ ਇਨ 1 or 2 ਡਿਸਟ੍ਰਿਕਟ। ਫਿਰ ਤੁਸੀਂ ਦੱਸੋ ਕਿਵੇਂ ਕਰਨਾ ਜੀ। ਸੋ ਮੈਂ ਮੇਰੇ ਬੁੱਲਾਂ ਕੇ ਨਹੀਂ ਝਾਕਿਓ ਜੀ। ਅਸੀਂ ਬਿਜਲੀ ਦੀ ਸਬਸਿਡੀ ਵੀ ਵਿਲ ਕੰਟੀਨਿਊ ਰਿਗਾਰਡਲੈਸ। ਹਾਂ, ਸਭ ਜੇ ਤੁਸੀਂ 2017 ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ, ਉਹਦੇ 'ਚ ਐਗਰੀਕਲਚਰ ਦਾ ਜਿਹੜਾ ਸੈਕਸ਼ਨ ਹੈ ਉਹਦੇ 'ਚ 20th ਮਤਲਬ ਜੇ ਉਹਦੀ ਸੈਕਸ਼ਨ 20 ਪੜ੍ਹ ਲਓ ਤਾਂ ਉਹਦੇ ਵਿੱਚ ਇਹ ਲੱਗਿਆ ਕਿ MSP ਵਿਲ ਕੰਟੀਨਿਊ ਇਟ ਆਲ ਕਾਸਟ। ਸੋ ਅਸੀਂ ਜਿੱਥੋਂ ਤੱਕ ਹੁਣ ਕੋਈ ਮੈਨੀਫੈਸਟੋ ਤਾਂ ਬਣਨਾ ਨਹੀਂ, ਇਹ ਤਾਂ ਸਾਨੂੰ ਕਿਸੇ ਨੂੰ ਖਾਬੋ ਖਿਆਲ 'ਚ ਵੀ ਹੈ ਨਹੀਂ ਸੀ ਕਿ ਇਹ ਐਗਰੀਕਲਚਰਲ ਆਰਡੀਨੈਂਸਸ ਆਉਣਗੇ। ਪਰ ਮੈਂ ਇੱਕ ਵਾਰੀ ਫੇਰ ਇਸੇ ਗੱਲ ਨੂੰ ਦੁਹਰਾਉਣਾ ਕਿ ਪੰਜਾਬ ਤੇ ਕਾਂਗਰਸ ਪਾਰਟੀ ਅਖੀਰਲੇ ਦਮ ਤੱਕ ਤੇ ਅਖੀਰਲੇ ਸਾਹ ਤੱਕ MSP ਨੂੰ ਇੰਡੀਆ 'ਚ ਕੰਟੀਨਿਊ ਰੱਖਣ ਦੀ ਸਾਡੀ ਹਰ ਜਿੰਨੀ ਸਾਡੀ ਹੈਸੀਅਤ ਤੇ ਔਕਾਤ ਹੈ, ਪੰਜਾਬ 'ਚ ਵੀ ਤੇ ਇੰਡੀਆ 'ਚ ਅਸੀਂ ਸਾਡੀ ਕੋਸ਼ਿਸ਼ ਜਾਰੀ। ਜੀ ਸਵਾਲ ਇਹ ਹੈ, ਤੁਸੀਂ ਕਿਹਾ ਕਿ ਤੁਸੀਂ ਕਿਸਾਨਾਂ ਦਾ ਮੁਕੱਦਮਾ ਲੜੋਗੇ, ਲੇਕਿਨ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਲੇਟ ਹੋ ਗਏ। ਜਦੋਂ ਇਸ ਆਰਡੀਨੈਂਸਾਂ ਦਾ ਨੀਂਹ ਪੱਥਰ ਰੱਖਿਆ ਸੀ, ਤੁਸੀਂ ਉਸ ਤੋਂ ਬਾਅਦ ਹੀ ਕਰ ਦੇਣਾ ਚਾਹੀਦਾ ਸੀ ਮੁਕੱਦਮਾ। ਤੁਸੀਂ ਬਹੁਤ ਜ਼ਿਆਦਾ ਲੇਟ ਹੋ ਗਏ। ਇੰਨਾ ਟਾਈਮ ਜਦੋਂ ਤੀਰ ਕਮਾਨ ਤੋਂ ਨਿਕਲ ਚੁੱਕਿਆ, ਕਿਸਾਨਾਂ ਦੇ ਬਾਅਦ ਚੁੱਕਿਆ, ਇਹ ਕਾਨੂੰਨ ਜਿਹੜਾ ਅੰਤਹ ਕਾਨੂੰਨ ਹੈ ਕਿਸਾਨਾਂ ਦੀ ਝੋਲੀ ਪੈ ਚੁੱਕਿਆ, ਹੁਣ ਤੁਸੀਂ ਕਹਿੰਦੇ ਕਾਨੂੰਨੀ ਲੜਾਈ ਲੜੋ। ਲੀਗਲੀ ਲੱਗਦਾ ਕਿ ਇਹ ਤੁਹਾਡੇ ਲੀਗਲ ਟੀਮ ਬਹੁਤ ਪੂਰ ਲੀਗਲ ਟੀਮ ਹੈ, ਜਾਂ ਪੰਜਾਬ ਸਰਕਾਰ ਵੀ ਫੈਸਲਾ ਨਹੀਂ ਲੈ ਪਾਈ ਕਿ ਅਸੀਂ ਕਦੋਂ ਇਹ ਲੜਨਾ ਕਰਨਾ ਸੁਪਰੀਮ ਕੋਰਟ ਵਿੱਚ। ਸਭ ਲੀਗਲੀ ਜਦੋਂ ਤਾਈਂ ਕੋਈ ਸੁਪਰੀਮ ਕੋਰਟ ਦੇ ਵਿੱਚ ਲੋਕਲ ਸਟੈਂਡ ਆਈ ਨਹੀਂ ਬਣਦੀ। ਹੁਣ ਕਾਨੂੰਨ ਬਣ ਗਿਆ, ਹੁਣ ਕਾਨੂੰਨ ਬਣ ਗਿਆ ਔਰ ਅਸੀਂ ਇਸ ਕਾਨੂੰਨ ਦਾ ਇੱਕ ਤਾਂ ਜਿਵੇਂ ਮੈਂ ਕਿਹਾ ਵਿਰੋਧ ਕਰਾਂਗੇ ਕਿ ਸਾਰਾ ਪੰਜਾਬ ਹੀ APMC ਜੇ ਡਿਕਲੇਅਰ ਕਰ ਦਈਏ। ਔਰ ਦੂਸਰਾ ਹੈ ਸਾਡੀ ਲੀਗਲ ਟੀਮ ਜਿਹੜੀ ਹੈ ਇਹ ਸੁਪਰੀਮ ਕੋर्ट ਜਾਣ ਵਾਸਤੇ ਤਿਆਰ ਹੈ ਐਂਡ ਵੀ ਵਿਲ ਚੈलेंज इट इन द सुप्रीम कोर्ट। सर, आपने कहा कि पूरे पंजाब को APMC एक्ट के तहत ले आया जाए, इसमें रुकावट क्या है? अगर ये हम कर सकते तो फिर ये लड़ाई किस बात की? सब लड़ाई तो फिर भी एक बात की रह जाएगी और वो लड़ाई रह जाएगी कि अगर FCI ने प्रोक्योरमेंट ही ना करी। असली मसला तो यही है कि अगर FCI ने प्रोक्योरमेंट ना करी तो उसका हल क्या होगा। सो दैट लड़ाई इस बात की सुप्रीम कोर्ट पे लेके जाएंगे। एंड हमें ये भी खदशा है कि अगर हमने APMC पूरे पंजाब को डिक्लेयर कर दिया, गवर्नमेंट ऑफ इंडिया में वो हमारे कानून को रद्द भी कर सकते हैं।
ਵੀ ਵਰ ਅਵੇਅਰ, ਸਾਨੂੰ ਹਰ ਗੱਲ ਦਾ ਪਤਾ, ਸਾਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਨੇ ਇੰਨੇ ਸੀਰੀਅਸਲੀ ਔਰ ਇੰਨੀ ਜਲਦੀ ਇਹਨਾਂ ਨੇ ਕਰ ਦੇਣਾ। ਇਹ ਸਵਾਲ ਤਾਂ ਕਾਂਗਰਸ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ